प्रोग्राम ਸ਼ਮਾਦਾਨ ਦੇ ਵਿੱਚ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਵਾਓ ਜੀ। ਜਤਿੰਦਰ ਸਿੰਘ ਤੂਰ ਹੋਰਾਂ ਦਾ ਨੰਬਰ ਹੈ 6617541722 661 ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲੇ ਕੁਲਵੰਤ ਸਿੰਘ ਨੂੰ ਸਿੱਧੂ ਨੂੰ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ ਜੀ। ਇਸ ਤੋਂ ਇਲਾਵਾ ਟਰੱਕ ਸ਼ਾਪ ਤੇ ਕੰਮ ਕਰਨ ਵਾਲੇ ਕਾਮਿਆਂ ਦੀ ਵੀ ਲੋੜ ਹੈ ਜੋ ਆਫ ਆਵਰ ਕੰਮ ਕਰ ਸਕਦੇ ਹੁਣ। ਰਿਹਾਇਸ਼ ਦਾ ਪ੍ਰਬੰਧ ਮੁਫਤ ਹੈ ਜੀ। ਟਾਇਰ ਤੇ ਤੇਲ ਬਦਲੀ ਦਾ ਕੰਮ ਜਾਣਦਾ ਹੋਵੇ ਤਾਂ ਪਲੱਸ ਪੁਆਇੰਟ ਹੈ। ਕੱਚਾ ਪੱਕਾ ਕੋਈ ਵੀ ਵਰਕਰ ਜਿਹੜਾ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ। 661 667 1188 661 667 1188 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਤਾਂ ਸਾਰੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ ਜੀ। ਇਹ ਨੰਬਰ ਹੈ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ 200 ਟਰਾਂਸਪੋਰਟ ਰੋਡ ਸਪਰਿੰਗਫੀਲਡ ਵਿਨੀਪੈਗ ਦਾ। ਬਲਤੇਜ ਪਨੇਸਰ ਹੋਰਾਂ ਦਾ ਇਹ ਬਿਜ਼ਨਸ ਹੈ ਜੀ। 2047770460 24 ਆਵਰਸ 7 ਡੇਜ਼ ਦੇ ਟਰੱਕ ਸ਼ਾਪ ਖੁੱਲ੍ਹੀ ਰਹਿੰਦੀ ਹੈ। ਰਾਹ ਜਾਂਦੇ ਤੁਹਾਡੀ ਵਿੰਡ ਸਕਰੀਨ ਵੀ ਟੁੱਟ ਗਈ ਹੈ ਤਾਂ ਵੀ ਇਹ ਠੀਕ ਕਰਕੇ ਦਿੰਦੇ ਨੇ। ਗੌਰਮੈਂਟ ਅਪਰੂਵਡ ਹੈ ਜੀ। DOT ਸੇਫਟੀ ਤੇ ਇੰਸਪੈਕਸ਼ਨ ਭਾਵੇਂ ਟਰੱਕ ਦੀ ਅਤੇ ਭਾਵੇਂ ਟ੍ਰੇਲਰ ਦੀ ਉਹ ਵੀ ਕਰਵਾ ਕੇ ਦਿੰਦੇ ਨੇ। ਪ੍ਰੋਫੈਸ਼ਨਲ ਸਰਵਿਸਿਜ਼, ਸੀਜ਼ਨਲ ਸਰਵਿਸਿਜ਼, ਕਲੱਚ, ਡਿਫਰੈਂਸ਼ੀਅਲ, ਟਰਾਂਸਮਿਸ਼ਨ, ਇੰਜਨ ਰੀਬਿਲਟ, ਟਾਇਰ ਇੰਸਟਾਲੇਸ਼ਨ, ਸਸਪੈਂਸ਼ਨ, ਆਇਲ ਚੇਂਜ ਜੋਬ ਕੁਛ ਵੀ ਕਰਾਉਣਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਐਡ ਦੇਣਾ ਚਾਹੁੰਦੇ ਹੋ, ਪ੍ਰੋਗਰਾਮ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। +91 97801 41741 97801 41741 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਆਪਾਂ ਹੁਣ ਥੋੜ੍ਹੀਆਂ ਜਿਹੀਆਂ ਗੱਲਾਂ ਸਮਾਜ ਨਾਲ ਜੁੜੀਆਂ ਵੀ ਕਰ ਲਈਏ ਅਤੇ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪੰਡਤਾਂ ਦੇ ਹਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਕਸ਼ਮੀਰੀ ਪੰਡਤ ਭਾਈਚਾਰੇ ਦੇ ਲਈ ਕਹਿੰਦੇ ਜਦੋਂ ਧਾਰਾ 370 ਤੇ 35 ਨੂੰ ਰੱਦ ਕੀਤਾ ਸੀ ਤਾਂ ਕਿਹਾ ਜਾਂਦਾ ਸੀਗਾ ਕਿ ਕਸ਼ਮੀਰੀ ਪੰਡਤਾਂ ਦੀ ਬਹੁਤ ਪੋਜ਼ੀਟਿਵ ਪੁਆਇੰਟ ਹੈ, ਸਾਰਾ ਕੁਛ ਉਹਨਾਂ ਲਈ ਹੈ। ਸੋ ਹੁਣ ਰੱਦ ਕਰ ਦਿੱਤਾ ਹੈ। ਸੂਬੇ ਦੇ ਪੁਨਰਗਠਨ ਕਰਕੇ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਹੈ। ਇਸ ਦਿਨ ਤੋਂ ਹੀ ਇੱਥੇ ਰਹਿਣ ਵਾਲੇ ਵਿਸਥਾਪਿਤ ਕਸ਼ਮੀਰੀ ਪੰਡਿਤ ਪਰਿਵਾਰਾਂ ਨੇ ਉਹਨਾਂ ਦੇ ਘਰ ਵਾਪਸੀ ਦਾ ਸੁਪਨਾ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੂੰ ਲੱਗਿਆ ਜਿਵੇਂ ਕਸ਼ਮੀਰ ਘਾਟੀ ਦੇ ਦਰਵਾਜ਼ੇ 'ਤੇ ਤਾਂ ਪਹੁੰਚ ਹੀ ਗਏ ਨੇ। ਖਿੜਕੀ ਤੋਂ ਹੁਣ ਉਹਨਾਂ ਨੇ ਆਪਣੇ ਸੁਪਨੇ ਦਾ ਕਸ਼ਮੀਰ ਵੀ ਨਜ਼ਰ ਆਉਣ ਲੱਗ ਗਿਆ ਸੀ। ਪਰ ਹੁਣ ਕੁਝ ਜਿਹੜੇ ਨੇ 1 ਸਾਲ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਉਹ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਨੇ। ਉਹਨਾਂ ਨੂੰ ਲੱਗ ਰਿਹਾ ਕਿ ਉਹ ਸਿਰਫ ਖਿੜਕੀ ਕੋਲ ਲਈ ਮੰਜ਼ਿਲ ਤੱਕ ਪਹੁੰਚਣਾ ਇੱਕ ਭਰਮ ਹੈ। ਸੋ ਕਸ਼ਮੀਰੀ ਪੰਡਿਤ ਭਾਈਚਾਰੇ ਦੀ ਅਗਵਾਈ ਕਰ ਰਹੇ ਮੋਹਰੀ ਸੰਗਠਨ ਪੁਨਨ ਕਸ਼ਮੀਰੀ ਦੇ ਸੀਨੀਅਰ ਨੇਤਾ ਡਾਕਟਰ ਅਗਨੀ ਸ਼ੇਖਰ ਕਹਿੰਦੇ ਨੇ ਕਿ ਜਿੱਥੇ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਅਜਿਹਾ ਇਤਿਹਾਸਕ ਫੈਸਲਾ ਲਿਆ ਸੀ, ਉੱਥੇ ਦੂਜੇ ਪਾਸੇ 1 ਸਾਲ ਤੋਂ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਉਹਨਾਂ ਨੇ ਹਜੇ ਤੱਕ ਕੋਈ ਪਹਿਲ ਨਹੀਂ ਕੀਤੀ। ਡਾਕਟਰ ਅਗਨ ਸ਼ੇਖਰੀ ਅਨੁਸਾਰ ਜ਼ਮੀਨੀ ਪੱਧਰ 'ਤੇ ਕੁਝ ਵੀ ਨਹੀਂ ਬਦਲਿਆ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ 1 ਸਾਲ ਪਹਿਲਾਂ ਸਾਡੇ ਲਈ ਅਜਿਹੀ ਖਿੜਕੀ ਖੁੱਲ੍ਹੀ ਸੀ, ਅਸੀਂ ਅਜੇ ਵੀ ਇੱਥੇ ਖੜ੍ਹੇ ਹਾਂ ਅਤੇ ਇਹਦੇ ਅੱਗੇ ਖੜ੍ਹੇ ਹਾਂ ਅਤੇ ਅੱਗੇ ਖੜ੍ਹੇ ਰਹਾਂਗੇ। ਉਹਨਾਂ ਦਾ ਕਹਿਣਾ ਕਿ 5 ਅਗਸਤ ਦਾ ਦਿਨ ਖੁਸ਼ੀਆਂ ਮਨਾਉਣ ਦਾ ਦਿਨ ਹੈ ਤਾਂ ਇਹ ਸਾਡੇ ਲਈ ਚਿੰਤਾਵਾਂ ਦਾ ਦਿਨ ਵੀ ਹੈ। ਜੇ ਇਹ ਸਾਡੇ ਲਈ ਸੰਭਾਵਨਾ ਦਾ ਦਿਨ ਹੈ ਤਾਂ ਇਹ ਅਨਿਸ਼ਚਿਤਤਾਵਾਂ ਦਾ ਵੀ ਦਿਨ ਹੈ। ਅਤੇ ਡਾਕਟਰ ਅਗਨੀ ਸ਼ੇਖਰ ਦਾ ਕਹਿਣਾ ਕਿ ਪਿਛਲੇ 1 ਸਾਲ ਵਿੱਚ ਹੋਈਆਂ ਸਾਰੀਆਂ ਤਬਦੀਲੀਆਂ ਸਿਰਫ ਸਤ੍ਹਾ ਪੱਧਰ 'ਤੇ ਹੋਈਆਂ, ਪਰ ਫਿਰ ਵੀ ਅੰਦਰੂਨੀ ਮਾਨਸਿਕਤਾ ਬਿਲਕੁਲ ਨਹੀਂ ਬਦਲੀ। ਪਿਛਲੀਆਂ ਸਰਕਾਰਾਂ ਜੋ ਵੀ ਕਰ ਰਹੀਆਂ ਸਨ, ਅੱਜ ਦੀ ਸਰਕਾਰ ਵੀ ਇਹੀ ਕਰ ਰਹੀ ਹੈ। BBC ਹਿੰਦੀ ਨੂੰ ਡਾਕਟਰ ਅਗਨੀ ਸ਼ੇਖਰ ਨੇ ਕਿਹਾ ਹੈ ਕਿ ਅਸੀਂ ਪਿਛਲੇ 30 ਸਾਲਾਂ ਤੋਂ ਪੁਨਨ ਕਸ਼ਮੀਰ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਹਾਂ, ਪਰ ਸਰਕਾਰ ਨੇ ਸਾਨੂੰ ਕਦੇ ਗੱਲਬਾਤ ਲਈ ਸੱਦਿਆ ਤੱਕ ਹੀ ਨਹੀਂ ਅਤੇ ਰੋਡ ਮੈਪ ਤਾਂ ਪੁੱਛਣਾ ਦੂਰ ਦੀ ਗੱਲ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸਾਡੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਸਮਝੀ। ਸਰਕਾਰ ਨੂੰ ਸੰਸਦ ਵਿੱਚ ਇਹ ਗੱਲ ਮੰਨਣੀ ਪਵੇਗੀ ਕਿ ਘਾਟੀ ਵਿੱਚ ਕਸ਼ਮੀਰ ਪੰਡਤਾਂ ਦਾ ਕਤਲੇਆਮ ਹੋਇਆ ਸੀ, ਤਦ ਹੀ ਕਸ਼ਮੀਰ ਘਾਟੀ ਵਿੱਚ ਸਾਡੇ ਘਰ ਦਾ ਰਾਹ ਸੌਖਾ ਹੋ ਸਕਦਾ ਹੈ ਜੇ ਮੰਨ ਲੈਂਦੀ ਹੈ ਸਰਕਾਰ। ਪਰ
ਉਹ ਕਹਿੰਦੇ ਨੇ ਅਸੀਂ ਕਦੇ ਵੀ ਇਸ ਨੀਤੀ ਦਾ ਹਿੱਸਾ ਨਹੀਂ ਬਣ ਸਕੇ ਜੋ ਸਿਰਫ ਇਸ ਤੱਥ ਤੇ ਕੇਂਦਰਿਤ ਰਹਿੰਦੀ ਹੈ ਕਿ ਸਰਕਾਰ ਨੇ ਸਾਡੇ ਲਈ 2 ਕਮਰਿਆਂ ਵਾਲੇ 4000 ਫਲੈਟ ਬਣਾ ਦਿੱਤੇ, ਉਹਨਾਂ ਨੂੰ ਅਲਾਟ ਕਰ ਦਿੱਤਾ। ਅਸੀਂ ਆਪਣੇ ਘਰ ਵਾਪਸ ਆਉਣੇ ਚਾਹੁੰਦੇ ਹਾਂ, ਪਰ ਧਰਤੀ ਤੇ ਮੁੜ ਵਸੇਵੇ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਲਈ ਵੀ ਘਰ ਵਾਪਸ ਪਰਤਣਾ ਚਾਹੁੰਦੇ ਹਾਂ, ਪਰ ਅਸੀਂ ਇਹ ਸਭ ਆਪਣੀਆਂ ਸ਼ਰਤਾਂ ਤੇ ਚਾਹੁੰਦੇ ਹਾਂ। ਡਾਕਟਰ ਅਗਨੀ ਸ਼ੇਖਰ ਦਾ ਮੰਨਣਾ ਹੈ ਕਿ ਜਦੋਂ ਤੋਂ ਕੇਂਦਰ ਸਰਕਾਰ ਨੇ ਧਾਰਾ 370 ਨੂੰ ਬੇਅਸਰ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਉਮੀਦ ਹੈ ਕਿ ਸਰਕਾਰ ਕਸ਼ਮੀਰੀ ਪੰਡਤ ਭਾਈਚਾਰੇ ਦੇ ਇੱਕ ਜਗ੍ਹਾ ਤੇ ਮੁੜ ਵਸੇਬੇ ਨੂੰ ਮੰਗ ਨੂੰ ਮਨਜ਼ੂਰ ਕਰੇਗੀ। ਤੇ ਦੂਜੇ ਪਾਸੇ ਡਾਕਟਰ ਅਤੇ ਲੇਖਕ ਡਾਕਟਰ ਰਮੇਸ਼ ਤਮੇਰੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਕਸ਼ਮੀਰੀ ਹਿੰਦੂ ਪਰਿਵਾਰਾਂ ਦੇ ਮੁੜ ਵਸੇਬੇ ਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਉਜਾੜੇ ਹੋਏ ਕਸ਼ਮੀਰੀ ਪਰਿਵਾਰਾਂ ਦਾ ਵਿਰੋਧ ਨਹੀਂ ਕਰ ਰਹੀ, ਪਰ 1 ਸਾਲ ਬੀਤ ਜਾਣ ਦੇ ਬਾਵਜੂਦ ਮਸਲਾ ਵੀ ਤਾਂ ਹੱਲ ਨਹੀਂ ਕੀਤਾ। ਡਾਕਟਰ ਤਮੀਰੀ ਅੱਗੇ ਕਹਿੰਦੇ ਨੇ ਕਿ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਦੀ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਰਕਾਰ ਨੂੰ ਇੱਕ ਜਾਂਚ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ ਤੇ ਜਦੋਂ ਤੱਕ ਕਸ਼ਮੀਰੀ ਪੰਡਤਾਂ ਦੇ ਪਲਾਨ ਨੂੰ ਕਤਲੇਆਮ ਦਾ ਦਰਜਾ ਨਹੀਂ ਮਿਲੇਗਾ, ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਸਫਲਤਾ ਨਹੀਂ ਮਿਲੇਗੀ। ਤੇ ਕੇਂਦਰ ਵਿੱਚ ਬੀਜੇਪੀ ਸਰਕਾਰ ਦਾ ਪੱਖ ਪੂਰਨ ਵਾਲੇ ਡਾਕਟਰ ਤਮੀਰੀ ਕਹਿੰਦੇ ਹੈ ਕਿ ਬੀਜੇਪੀ ਸਰਕਾਰ ਨੇ ਅਜੇ ਤੱਕ ਇਹ ਫੈਸਲਾ ਹੀ ਨਹੀਂ ਲਿਆ ਜਿਸ ਨਾਲ ਕਸ਼ਮੀਰੀ ਵਿਸਥਾਪਿਤ ਕਲੋਨੀ ਵਿੱਚ ਰਹਿ ਰਹੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਕੁਝ ਤਬਦੀਲੀ ਆਈ ਹੋਵੇ। ਕਸ਼ਮੀਰੀ ਵਿਸਥਾਪਿਤ ਪਰਿਵਾਰ ਅਜੇ ਵੀ ਉਹਨਾਂ ਸਮੱਸਿਆਵਾਂ ਨਾਲ 2-4 ਹੋ ਰਹੇ ਨੇ ਜਿਹੜੀਆਂ ਉਹਨਾਂ ਨੂੰ 60 ਸਾਲ ਪਹਿਲਾਂ ਪਰੇਸ਼ਾਨ ਕਰ ਰਹੀਆਂ ਸੀ। ਤੇ ਕਸ਼ਮੀਰ ਘਾਟੀ ਵਿੱਚ ਕਸ਼ਮੀਰੀ ਪੰਡਤਾਂ ਨੂੰ ਮਕਾਨ, ਖੇਤ, ਬਾਗ, ਬਗੀਚੇ ਸਭ ਨੂੰ ਘੱਟ ਕੀਮਤਾਂ ਉੱਤੇ ਵੇਚਣ ਲਈ ਮਜਬੂਰ ਕੀਤਾ ਗਿਆ। ਉਹਨਾਂ ਨੂੰ ਅੱਜ ਤੱਕ ਰੱਦ ਨਹੀਂ ਕੀਤਾ ਗਿਆ, ਨਾ ਹੀ ਉਹਨਾਂ ਨੂੰ ਆਪਣੀਆਂ ਚੀਜ਼ਾਂ ਦੀ ਸਹੀ ਕੀਮਤ ਮਿਲੀ। ਤੇ ਸਾਡੇ ਨਾਲ ਰਜੀਵ ਭਾਸਕਰ ਜੀ ਜੁੜ ਗਏ ਨੇ। ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਸਕਰ ਸਾਹਿਬ, ਵੈਸੇ ਤਾਂ ਮਨ ਦੀ ਇੱਛਾ ਸੀ ਵੀ ਤੁਹਾਡੇ ਨਾਲ ਗੱਲ ਕਰੀਏ ਕਿਉਂਕਿ 5 ਅਗਸਤ 2019 ਨੂੰ ਕਸ਼ਮੀਰ 'ਚੋਂ ਧਾਰਾ 370 ਤੇ 35A ਖਤਮ ਕਰਕੇ ਕਸ਼ਮੀਰ ਦੇ 2 ਟੋਟੇ ਕਰ ਦਿੱਤੇ ਗਏ ਸਨ ਤੇ ਸਟੇਟ ਤੋਂ ਇਹਦਾ ਯੂਟੀ ਦਾ ਦਰਜਾ ਬਣਾ ਦਿੱਤਾ ਗਿਆ ਸੀ। ਜੀ 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 ਮਨ ਸੀ, ਪਰ ਗੱਲ ਕਰਦੇ ਹਾਂ ਆਪਾਂ ਕਾਂਗਰਸ ਦੇ ਅੰਦਰਲੇ ਕਾਟੋ ਕਲੇਸ਼ ਦੀ। ਜੇਕਰ ਤੁਸੀਂ ਉਹ 'ਤੇ ਵੀ ਕੁਛ ਚਰਚਾ ਕਰਨਾ ਚਾਹੁੰਦੇ ਹੋ ਉਹ 'ਤੇ ਵੀ ਵੈਲਕਮ ਹੈ, ਉਹ 'ਤੇ ਵੀ ਆਪਾਂ 5 ਮਿੰਟ 10 ਮਿੰਟ ਲਾ ਸਕਦੇ ਹਾਂ। ਪਰ ਬਾਜਵਾ ਸਾਹਿਬ ਤੇ ਦੂਲੋਂ ਦੇ ਨਾਲ ਜਿਹੜਾ ਕਾਂਗਰਸ ਦਾ ਅੰਦਰੋਂ ਕਾਟੋ ਕਲੇਸ਼ ਹੈ ਉਹ ਕਿੱਧਰ ਨੂੰ ਲੈ ਕੇ ਜਾ ਰਿਹਾ, ਕੀ ਹੈ, ਉਹ ਉਹਦੇ ਉੱਤੇ ਪਹਿਲਾਂ ਚਰਚਾ ਕਰ ਰਹੇ। ਹਾਂ ਜੀ, ਬਿਲਕੁਲ ਬਿਲਕੁਲ। ਤੁਸੀਂ ਜਦ ਪਹਿਲੇ ਗੱਲ ਕੀਤੀ ਕਸ਼ਮੀਰ ਦੀ, ਮੈਨੂੰ ਲੱਗਦਾ ਪਹਿਲੇ ਕਸ਼ਮੀਰ ਦੇ ਮੁੱਦੇ ਤੇ ਗੱਲ ਕਰ ਰਹੀ ਹੈ। ਬਿਲਕੁਲ ਜੀ, ਬਿਲਕੁਲ। 5 ਅਗਸਤ ਲਾਸਟ ਈਅਰ 5 ਅਗਸਤ ਨੂੰ ਅੱਜ ਦੇ ਦਿਨ ਹੀ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ਲਦਾਖ ਨੂੰ 3 ਯੂਨੀਅਨ ਟੈਰੀਟਰੀਜ਼ ਦੇ ਵਿੱਚ ਕਨਵਰਟ ਕਰਤਾ ਸੀਗਾ ਜੀ। ਔਰ ਉੱਥੋਂ ਜੋ ਤੁਹਾਨੂੰ ਯਾਦ ਹੋਏਗਾ ਸ਼ਾਮਾ ਪ੍ਰਸਾਦ ਮੁਖਰਜੀ ਜਿਹੜੇ ਸੰਘ ਦੇ ਬਹੁਤ ਵੱਡੇ ਲੀਡਰ ਸੀਗੇ ਤੇ ਉਹਨਾਂ ਨੇ ਆਪਣੀ ਜਾਨ ਲਾਲ ਚੌਂਕ ਤੇ ਦਿੱਤੀ ਸੀਗੀ। ਉਹਦੇ ਵਿੱਚ ਉਹਨਾਂ ਦਾ ਮੁੱਖ ਮੁੱਦਾ ਹੀ ਆਰਟੀਕਲ 370 ਸੀਗਾ, ਜਿਹੜਾ ਆਰਟੀਕਲ 370 ਜੰਮੂ ਕਸ਼ਮੀਰ ਦੇ ਵਿੱਚ ਇਹਦੀ ਇਨਸੈਪਸ਼ਨ ਯਾਨੀ ਆਰਟੀਕਲ 370 ਸ਼ਿਮਲਾ ਪੈਕਟ ਜਦ ਹੋਇਆ ਸੀਗਾ, ਜਦ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਸੈਨਾ ਲਾਹੌਰ ਤੱਕ ਪਹੁੰਚ ਗਈ ਸੀਗੀ, ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੇ ਵਿੱਚ ਤੇ ਉਸ ਟਾਈਮ ਦੇ ਪਾਕਿਸਤਾਨ ਦੀ ਆਗੂਆਂ ਦੇ ਵਿੱਚ ਸਮਝੌਤਾ ਹੋਇਆ ਸੀਗਾ ਜਿਹਦੇ ਵਿੱਚ UN ਨੇ ਇੰਟਰਵੀਨ ਕੀਤਾ ਸੀਗਾ। ਉਹਦੇ ਹਿਸਾਬ ਨਾਲ ਕੁਝ ਸ਼ਰਤਾਂ ਰੱਖੀ ਗਈ ਸੀ ਜਿਹਦੇ ਵਿੱਚ ਤੁਹਾਨੂੰ ਧਾਰਾ 370 ਵੀ ਸੀਗੀ। ਧਾਰਾ 370 ਦੇ ਕਰਕੇ ਹਜੇ ਤੱਕ ਕਸ਼ਮੀਰ ਨੂੰ ਕਸ਼ਮੀਰੀ ਜਾਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਾਂ ਪਾਕਿਸਤਾਨ ਅਥਾਰਟੀਜ਼ ਇੱਕ ਡਿਸਪਿਊਟਡ ਕਸ਼ਮੀਰ ਦਾ ਦਰਜਾ ਦਿੰਦੇ ਸੀਗੇ। ਪਰ ਉਸ ਡਿਸਪਿਊਟ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਲਈ ਔਰ ਕਿਉਂਕਿ ਜਿਹੜਾ ਸ਼ਿਮਲਾ ਪੈਕਟ ਸੀਗਾ ਉਹਦੇ ਹਿਸਾਬ ਨਾਲ ਜਨਮਤ ਦੀ ਗੱਲ ਕੀਤੀ ਗਈ ਸੀਗੀ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਆਜ਼ਾਦ ਕਸ਼ਮੀਰ ਔਰ ਅਸੀਂ ਗੁਲਾਮ ਕਸ਼ਮੀਰ ਕਹਿੰਦੇ ਹਾਂ, ਉੱਥੋਂ ਆਪਣਾ ਸ਼ਾਸਨ ਪਿੱਛੇ ਲੈ ਕੇ ਜਾਏਗਾ ਤੇ ਹਿੰਦੁਸਤਾਨ ਵੀ ਪਿੱਛੇ ਜਾਏਗਾ, ਵਾਪਸ ਕਸ਼ਮੀਰ ਤੋਂ ਹਟੇਗਾ ਔਰ ਉਸ ਤੋਂ ਬਾਅਦ ਇੱਕ ਜਨਮਤ ਕਰਾਇਆ ਜਾਏਗਾ। ਉਸ ਜਨਮਤ ਦੇ ਹਿਸਾਬ ਨਾਲ ਕਸ਼ਮੀਰ ਦਾ ਆਵਾਮ ਡਿਸਾਈਡ ਕਰੇਗਾ ਕਿ ਉਹ ਕਿੱਥੇ ਜਾਣਾ ਚਾਹੀਦਾ ਹੈ। ਪਰ ਉਸ ਜਨਮਤ ਦੀ ਸ਼ਰਤਾਂ ਨੂੰ ਕਦੀ ਵੀ ਪਾਕਿਸਤਾਨ ਨੇ ਨਹੀਂ ਮੰਨਿਆ ਔਰ ਅੱਜ ਤੱਕ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਅਸੀਂ ਗੁਲਾਮ ਕਸ਼ਮੀਰ ਕਹਿੰਦੇ ਹਾਂ ਜਾਂ ਪਾਕਿਸਤਾਨ ਉਹਨੂੰ ਆਜ਼ਾਦ ਕਸ਼ਮੀਰ ਕਹਿੰਦਾ ਹੈ, ਉਹਦਾ ਇੱਕ ਰਫੜ ਸ਼ੁਰੂ ਤੋਂ ਚੱਲ ਰਿਹਾ ਸੀਗਾ। ਏਦਾਂ ਦੇ ਮੌਕੇ ਦੇ ਵਿੱਚ ਭਾਜਪਾ ਦੀ ਇਨਸੈਪਸ਼ਨ ਦੇ ਦੌਰਾਨ ਜਦ ਭਾਜਪਾ ਦਾ ਨਾਂ ਜਨ ਸੰਘ ਹੁੰਦਾ ਸੀਗਾ ਤਾਂ ਇਹ ਮੰਗ ਜਾਂ ਇਹ
ਮੁੱਦਾ 370 ਹਟਾਏ ਜਾਣ ਦਾ ਭਾਜਪਾ ਦੇ ਏਜੰਡੇ ਦੇ ਵਿੱਚ ਸੀਗਾ ਤੇ ਫਾਈਨਲੀ ਅਮਿਤ ਸ਼ਾਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਅਨਾਉਂਸ ਕਰਕੇ ਉਹ ਡਿਮਾਂਡ, ਉਹ ਗੱਲ ਜਿਹੜੀ ਕਾਂਗਰਸ ਦੇ ਜਾਂ ਦੂਜੇ ਪੋਲੀਟੀਕਲ ਪਾਰਟੀਆਂ ਦੇ ਸ਼ਾਸਨ ਕਾਲ ਦੇ ਵਿੱਚ ਨਾਮੁਮਕਿਨ ਜੀ ਲੱਗਦੀ ਸੀ, ਉਹਨੂੰ ਮੁਮਕਿਨ ਕਰ ਦਿਖਾਇਆ। ਔਰ ਅੱਜ 1 ਸਾਲ ਬਾਅਦ ਕਸ਼ਮੀਰ ਦੇ ਵਿੱਚ ਜਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਸੀਗੀ ਜਾਂ ਜਿੱਦਾਂ ਲੋਕੀ ਗੱਲਾਂ ਕਰਦੇ ਸੀਗੇ ਕਿ ਅਗਰ ਕਸ਼ਮੀਰ ਦੇ ਵਿੱਚ 370 ਹਟਾਈ ਗਈ ਤੇ ਉੱਥੇ ਕਤਲੇ ਆਮ ਮਚ ਜਾਊਗਾ, ਇਹ ਹੋ ਜਾਊਗਾ, ਉਹ ਹੋ ਜਾਊਗਾ, ਇਹਦਾ ਦਾ ਕੁਝ ਨਹੀਂ ਹੋਇਆ। ਫਿਲਹਾਲ ਉੱਥੇ ਸ਼ਾਂਤੀ ਹੈਗੀ ਹੈ, ਪਰ ਉਹ ਸ਼ਾਂਤੀ ਅਗਰ ਅਸੀਂ ਕਹੀਏ ਕਿ ਤਾਲੇ ਲਾ ਕੇ ਉੱਥੇ ਬੰਦ ਕਰਕੇ ਜਾਂ ਲੋਕਾਂ ਨੂੰ ਘਰਾਂ ਤੋਂ ਨਿਕਲਣ ਦੇ ਵਿੱਚ ਪਾਬੰਦੀ ਲਾ ਕੇ ਉਸ ਸ਼ਾਂਤੀ ਨੂੰ ਹਜੇ ਤੱਕ ਬਣਾਇਆ ਹੋਇਆ, ਇਹ ਵੀ ਗੱਲ ਗਲਤ ਨਹੀਂ ਹੋਏਗੀ। ਪਰ ਫਿਲਹਾਲ ਓਵਰਆਲ ਸ਼ਾਂਤੀ ਬਣੀ ਹੋਈ ਹੈ, ਪਰ ਇਹ ਅੱਗੇ ਚੱਲ ਕੇ ਇਹ ਸ਼ਾਂਤੀ ਕਿੰਨੀ ਕੁ ਰਹਿੰਦੀ ਹੈ। ਔਰ ਲੋਕ ਜਦ ਹੁਣੇ ਤੇ ਕਰੋਨਾ ਕਾਲ ਕਰਕੇ ਵੀ ਉੱਥੇ ਬੈਨ ਜਿਹਾ ਲੱਗਿਆ ਹੋਇਆ ਹੈ ਜਾਂ ਲੋਕਡਾਊਨ ਜਿਹਾ ਹੈਗਾ, ਉਸ ਤੋਂ ਬਾਅਦ ਜਦ ਲੋਕੀ ਸਹੀ ਰੂਪ ਵਿੱਚ ਬਾਹਰ ਆਉਣਗੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਕਿੰਨਾ ਕੁ ਰੋਸ਼ ਹੈ ਔਰ ਕਿੰਨੇ ਕੁ ਉੱਥੇ ਦੇ ਲੋਕਲ ਆਗੂ ਲੋਕਾਂ ਨੂੰ ਭੜਕਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ, ਇਹ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਜਿਹੜਾ ਧਾਰਾ 370 ਦੇ ਹਟਾਏ ਜਾਣ ਨੂੰ ਹਿੰਦੁਸਤਾਨ ਦੇ ਆਵਾਮ ਨੇ ਵੈਲਕਮ ਕੀਤਾ ਹੈ। ਪਾਕਿਸਤਾਨ ਇਸ ਮੁੱਦੇ ਨੂੰ ਲਗਾਤਾਰ ਕੌਮਾਂਤਰੀ ਪੱਧਰ ਤੇ ਚੱਕ ਰਿਹਾ ਹੈ, ਪਰ ਕੌਮਾਂਤਰੀ ਪੱਧਰ ਤੇ ਚੱਕਣ ਦੇ ਬਾਵਜੂਦ ਵੀ ਪਾਕਿਸਤਾਨ ਨੂੰ ਕੋਈ ਸਫਲਤਾ ਹਾਸਿਲ ਨਹੀਂ ਹੋ ਪਾਈ। ਹਾਲਾਂਕਿ ਚਾਈਨਾ ਨੇ ਵੀ ਇਸ ਮੁੱਦੇ ਤੇ ਪਾਕਿਸਤਾਨ ਦਾ ਸਾਥ ਦਿੱਤਾ ਸੀਗਾ ਕੌਮਾਂਤਰੀ ਪੱਧਰ ਤੇ, ਖਾਸ ਕਰਕੇ UN ਸਿਕਿਉਰਿਟੀ ਕਾਉਂਸਲ ਤੇ, ਪਰ ਚਾਈਨਾ ਵੀ ਕੋਈ ਖਾਸ ਮਦਦ ਆਪਣੇ ਪਾਕ ਮਿੱਤਰ ਦੀ ਨਹੀਂ ਕਰ ਪਾਇਆ। ਤੇ ਹੁਣ ਕਾਂਗਰਸ ਦੇ ਕਾਟੋ ਕਲੇਸ਼ ਦੀ ਗੱਲ ਕਰੀਏ, ਲੰਮਾ ਸਮਾਂ ਹੋ ਗਿਆ ਕਾਂਗਰਸ 'ਚ ਵੈਸੇ ਕਾਟੋ ਕਲੇਸ਼ ਤਾਂ ਤੁਰਿਆ ਹੀ ਰਹਿੰਦਾ ਹੁੰਦਾ ਸੀ, ਹਾਂਜੀ, ਹਮੇਸ਼ਾ ਹੀ। ਕਾਂਗਰਸ ਦੇ ਵਿੱਚ ਇਹ ਦੇਖ ਲਓ 2017 ਦੀ ਵੀ ਸਰਕਾਰ ਆਈ ਸੀ, ਮੁੱਖ ਮੁੱਦੇ ਸੀਗੇ ਡਰੱਗ ਕੰਟਰੋਲ ਕਰਾਂਗੇ, ਮੁੱਖ ਮੁੱਦੇ ਸੀਗੇ ਘਰ ਘਰ ਨੌਕਰੀ, ਮੁੱਖ ਮੁੱਦੇ ਸੀਗੇ ਕਿਸਾਨਾਂ ਦਾ ਲੋਨ ਮਾਫ। ਕਿਸਾਨਾਂ ਦੇ ਲੋਨ ਦੇ ਮਾਫ ਦੇ ਉੱਤੇ ਅੱਧੀ ਅਧੂਰੀ ਗੱਲ ਕਰਕੇ ਛੱਡ ਦਿੱਤੀ ਗਈ ਔਰ ਕੁਝ ਲੋਕਾਂ ਨੂੰ ਮਾਫ ਕੁਝ ਹੋਇਆ, ਕੁਝ ਦਾ ਨਹੀਂ ਹੋਇਆ, ਪਰ ਕਾਂਗਰਸ ਨੇ ਆਪਣੇ ਖਾਤੇ 'ਚ ਇਹ ਪਾ ਲਿਆ ਕਿ ਵੀ ਅਸੀਂ ਤੇ ਵਾਅਦਾ ਪੂਰਾ ਕਰਤਾ। ਡਰੱਗ ਦੇ ਮੁੱਦੇ ਤੇ ਵੀ ਜਿਹੜੀ ਗੱਲਾਂ ਕਹਿੰਦੇ ਸੀ ਵੀ 4 ਹਫ਼ਤੇ ਦੇ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗੇ, ਉਹਨੂੰ ਕਹਿੰਦੇ ਨੇ ਵੀ ਅਸੀਂ ਨਸ਼ੇ ਦੀ ਲੱਕ ਤੋੜਤੀ, ਰੀੜ ਦੀ ਹੱਡੀ ਤੋੜਤੀ ਤੇ ਬਸ ਆਹੀ ਆਪਾਂ ਕਿਹਾ ਸੀਗਾ, ਕਰਤਾ ਜੀ, ਹੋ ਗਿਆ ਜੀ, ਪੂਰਾ ਹੋ ਗਿਆ। ਉਹ ਕਿਹੜੀ ਹੱਡੀ ਤੇ ਕਿਹੜੀ ਲੱਕ ਉਹ ਪਤਾ ਨਹੀਂ, ਹੁਣ ਨਸ਼ੇ ਦਾ ਲੱਕ ਕੀ ਹੁੰਦਾ, ਕਿਹਨੂੰ ਕੈਪਟਨ ਸਾਹਿਬ ਲੱਕ ਕਹਿੰਦੇ ਨੇ, ਪਰ ਉਹ ਲੱਕ ਵਾਕਈ ਟੁੱਟ ਗਿਆ ਜਦ 111 ਡੈਥ ਇੱਕ ਇਹ ਨਾ ਤੁਸੀਂ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਜਾਂ ਈਵਨ ਤਮਿਲਨਾਡੂ ਦੇ ਵਿੱਚ ਵੀ ਏਦਾਂ ਦੀ ਹਰਕਤਾਂ ਤੁਹਾਨੂੰ ਪਹਿਲੇ ਸੁਣਨ ਨੂੰ ਮਿਲਦੀ ਸੀਗੀ ਕਿ ਵੀ ਉੱਥੇ ਹੁੰਚ ਹੋ ਗਿਆ ਜੀ, ਉੱਥੇ ਜਾਲੀ ਸ਼ਰਾਬ, ਪੂਰੀ ਸ਼ਰਾਬ ਪੀ ਕੇ ਲੋਕੀ ਇੰਨੇ ਮਰ ਗਏ। ਪੰਜਾਬ ਦੇ ਵਿੱਚ ਏਦਾਂ ਦੀ ਘਟਨਾ ਹੋਣਾ ਜਿਹਦੇ ਵਿੱਚ ਖੁੱਲ੍ਹੇਆਮ ਸ਼ਰਾਬ ਮਾਫੀਆ ਦਾ ਕਈ ਸਾਲਾਂ ਤੋਂ ਇੱਥੇ ਕਾਇਮ ਹੋਣਾ, ਔਰ ਲੋਕਡਾਊਨ ਦੇ ਵਿੱਚ ਵੀ ਸਭ ਤੋਂ ਵੱਡਾ ਮੁੱਦਾ ਇਹੀ ਬਣਿਆ ਸੀਗਾ ਕਿ ਸ਼ਰਾਬ ਲੋਕਡਾਊਨ ਦੇ ਵਿੱਚ ਖੁੱਲ ਕੇ ਵਿਕੀ। ਬਿਲਕੁਲ, ਆਪਾਂ ਚਰਚਾ ਕਰਦੇ ਰਹੇ ਸ਼ਰਾਬ ਤਾਂ ਕੋਈ ਦਿਨ ਪੰਜਾਬ ਦੇ ਵਿੱਚ ਤਾਂ ਕੋਈ ਠੇਕਿਆਂ ਅੱਗੇ ਖੜਾ ਹੀ ਨਹੀਂ, ਜਿਵੇਂ ਦਿੱਲੀ ਤੇ ਆਪਾਂ ਹੋਰ ਕਈ ਥਾਵਾਂ ਤੇ ਦੇਖਦੇ 5-5 ਕਿਲੋਮੀਟਰ ਦੀਆਂ ਲਾਈਨਾਂ ਲੱਗ ਗਈਆਂ। ਦਾਨੇਵਾਲੀਆ ਸਾਹਿਬ ਜਦ ਸ਼ਰਾਬ ਦੇ ਠੇਕੇ ਦਿੱਲੀ 'ਚ ਖੁੱਲੇ ਸੀਗੇ, ਤੁਹਾਨੂੰ ਯਾਦ ਹੋਏਗਾ ਕਿੰਨੀ ਲੰਬੀ ਲਾਈਨਾਂ ਸੀਗੀ। ਔਰ ਅਸੀਂ ਜਦ ਪੰਜਾਬ ਦੀ ਗੱਲ ਕਰਦੇ ਸੀ ਤੇ ਸਾਨੂੰ ਏਦਾਂ ਲੱਗਦਾ ਸੀ ਜਿੱਦਾਂ ਪੰਜਾਬ ਵਿੱਚ ਠੇਕੇ ਖੁੱਲੇ ਤੇ ਇਹ ਲਾਈਨ ਹੋਰ ਵੀ ਵੱਡੀ ਹੋਊਗੀ। ਹਾਂਜੀ, ਬੰਦੇ ਵੀ ਕਦੀ ਨਜ਼ਰ ਨਹੀਂ ਆਏ ਠੇਕੇ ਤੇ, ਕਾਰਨ ਕਿ ਸ਼ਰਾਬ ਦੀ ਕਮੀ ਪੰਜਾਬ ਦੇ ਵਿੱਚ ਕਦੀ ਹੋਈ ਨਹੀਂ। ਔਰ ਲੋਕਡਾਊਨ ਦੇ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਨੇ ਵੀ, ਸ਼ਰਾਬ ਦੀ ਡਿਸਟਿਲਰੀ ਓਨਰਸ ਨੇ ਵੀ ਖੁੱਲ ਕੇ ਕਮਾਇਆ। ਔਰ ਜਦ ਉਸ ਖੁੱਲ ਕੇ ਕਮਾਉਣ ਦੀ ਜਾਣਕਾਰੀ ਜਾਂ ਸਵਾਲ ਜਵਾਬ ਸਰਕਾਰ ਤੋਂ ਕੀਤੇ ਗਏ ਤੇ ਸਰਕਾਰ ਨੇ ਇਹ ਤੇ ਮੰਨਿਆ ਕਿ ਇੰਨੇ 1000 ਕਰੋੜ ਦਾ ਨੁਕਸਾਨ ਹੋ ਗਿਆ, ਪਰ ਉਹ ਨੁਕਸਾਨ ਕਿੰਨੇ ਕੀਤਾ ਇਹਦੇ ਉੱਤੇ ਸਵਾਏ ਇੱਕ SIT ਬਣਾਉਣ ਤੋਂ ਬਾਵਜੂਦ ਹੋਰ ਕੋਈ ਬਹੁਤਾ ਕੰਮ ਨਹੀਂ ਕੀਤਾ। ਔਰ ਉਸ SIT ਨੇ ਹਜੇ ਤੱਕ ਇੱਕ ਵੀ, ਕਿਉਂਕਿ ਇਹ ਗੱਲ ਤੇ ਸਾਫ਼ ਹੈ ਉਸ ਦੌਰਾਨ ਪੋਲੀਟੀਕਲ ਨੈਕਸਸ ਤੋਂ ਬਗੈਰ ਇਹ ਸ਼ਰਾਬ ਨਹੀਂ ਵਿਕ ਸਕਦੀ ਸੀ ਜੀ। ਪੁਲਿਸ ਤੇ ਪੋਲੀਟੀਕਲ ਨੈਕਸਸ ਦੀ ਗੱਲ ਕਰੀਏ ਤੇ ਹਰ ਪੰਜਾਬ ਦਾ ਆਮ ਜਨਤਾ, ਆਮ ਆਦਮੀ ਜਾਣਦਾ ਹੈ ਕਿ ਕੌਣ ਲੋਕ ਇਹਦੇ ਵਿੱਚ ਇਨਵੋਲਵ ਸੀਗੇ। ਖਾਸ ਕਰਕੇ ਵਿਧਾਇਕਾਂ ਦੀ ਗੱਲ ਕਰੀਏ, ਪੂਰਵ ਮੰਤਰੀਆਂ ਦੀ ਗੱਲ ਕਰੀਏ, ਆਪਾਂ ਨਾਂ ਨਹੀਂ ਲੈਂਦੇ, ਕਿਹਨਾਂ ਦੀ ਡਿਸਟਿਲਰੀਆਂ ਹੈਗੀਆਂ ਜਿਨ੍ਹਾਂ ਨੇ ਸ਼ਰਾਬ ਦਾ ਕਾਰੋਬਾਰ ਖੁੱਲ ਕੇ ਕੀਤਾ ਸੀਗਾ। ਹੁਣ ਨਾ ਸਰਕਾਰ ਨੇ ਲਿੱਤਾ, ਨਾ ਅਸੀਂ ਲੈ ਰਹੇ ਹਾਂ, ਕਿਉਂਕਿ ਜਦ ਅਸੀਂ ਨਾਂ ਲੈਂਦੇ ਹਾਂ ਤੇ ਸਾਨੂੰ ਕਿਹਾ ਜਾਏਗਾ ਕਿ ਡੈਫੇਮੇਸ਼ਨ, ਤੁਹਾਡੇ ਕੋਲ ਸਬੂਤ ਕੀ ਹੈ। ਜਿਨ੍ਹਾਂ ਕੋਲ ਸਬੂਤ ਹੈਗੇ ਨੇ ਉਹਨਾਂ ਸਬੂਤਾਂ ਦੇ ਉੱਤੇ ਬਹਿ ਗਏ ਨੇ ਸਿੱਟ ਬਿਠਾ ਕੇ, ਔਰ ਉਹ ਸਿੱਟ ਬਿਠਾ ਕੇ ਉਸ ਸਬੂਤਾਂ ਦੇ ਉੱਤੇ ਹੀ ਬਹਿ ਗਏ ਨੇ। ਤੇ ਏਦਾਂ ਦੇ ਹਾਲਾਤ ਵਿੱਚ ਜਦ ਉਹ ਕਹਿੰਦੇ ਨੇ, ਕੋਈ ਉਹ ਜਿਹੜੇ ਕਹਿੰਦੇ ਹੁੰਦੇ ਪਤਾ ਨਹੀਂ ਕੁੱਤੀ ਚੋਰ ਨਾਲ ਰਿਲ ਗਈ ਤੇ ਕੌਣ ਕੀ ਕਹੂਗਾ, ਤੇ ਏਦਾਂ ਦੇ ਹਾਲਾਤ ਵਿੱਚ ਜਦ ED ਨੇ ਵੀ ਸਰਕਾਰ ਤੋਂ ਪੁੱਛਿਆ ਵੀ ਸਾਨੂੰ ਦੱਸ ਦਿਓ ਆਪਣੀ ਇਨਵੈਸਟੀਗੇਸ਼ਨ ਦੀ ਰਿਪੋਰਟ, ਕਿਉਂਕਿ ਜਦ ਹਜ਼ਾਰਾਂ ਕਰੋੜਾਂ ਦਾ ਟੈਕਸ ਇਵੇਜਨ ਹੋਇਆ
ਤੇ ਇਹਦੇ ਵਿੱਚ ਜਿਹੜੇ ਵੀ ਬੰਦੇ ਇਨਵੋਲਵ ਆ, ਸਾਡੀ ਈਡੀ ਦੀ ਕਾਰਵਾਈ ਬਣਦੀ ਹੈ, ਉਹਦੇ ਰਾਹੀਂ ਉਹਨਾਂ ਦੀ ਪ੍ਰਾਪਰਟੀ ਅਸੀਂ ਜ਼ਬਤ ਕਰ ਸਕਦੇ ਹਾਂ, ਉਹਨਾਂ ਤੋਂ ਰਿਕਵਰੀ ਕਰ ਸਕਦੇ ਹਾਂ। ਤੇ ਈਡੀ ਨੂੰ ਵੀ ਪੰਜਾਬ ਪੁਲਿਸ ਨੇ ਕੋਈ ਏਦਾਂ ਦਾ ਸੂਹ ਨਹੀਂ ਲੈਣ ਦਿੱਤੀ ਕਿ ਵੀ ਕਿਹਨਾਂ ਦੇ ਨਾਂ ਆਏ ਨੇ। ਔਰ ਹੁਣ ਇਸ ਘਟਨਾ ਹੋਣ ਤੋਂ ਬਾਅਦ ਤੁਸੀਂ ਜਿਹੜੇ ਕਾਢੋ ਕਲੇਸ਼ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਆਪਸ ਵਿੱਚ ਪਏ ਹੋਏ ਨੇ, ਇਹ ਕੋਈ ਨਵੀਂ ਗੱਲ ਨਹੀਂ ਹੈਗੀ ਹੈ। ਹੁਣ ਇਸ ਮੁੱਦੇ ਤੇ ਜਦ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਉਹਨਾਂ ਨੇ CBI ਪ੍ਰੋਬ ਦੀ ਮੰਗ ਕੀਤੀ ਤੇ ਕੈਪਟਨ ਸਾਹਿਬ ਕਹਿੰਦੇ ਨੇ ਮਾਈਂਡ ਯੂਅਰ ਬਿਜ਼ਨਸ, ਤੂੰ ਆਪਣਾ ਕੰਮ ਕਰ ਕਾਕਾ, ਤੂੰ ਕਿੱਦਾਂ ਮੰਗਦਾ ਵੀ, ਕਿੱਦਾਂ ਮੰਗਦਾ? ਹਾਂਜੀ, ਮਤਲਬ ਸਾਨੂੰ ਤੇ ਕੋਈ ਲੋੜ ਹੀ ਨਹੀਂ ਹੈਗੀ CBI ਪ੍ਰੋਬ ਦੀ। ਅਗਲੇ ਦਿਨ 2 MP, ਨਾ ਕੇਵਲ MP, ਫਾਰਮਰ PPCC ਪ੍ਰੈਜ਼ੀਡੈਂਟ ਦੋਨੋਂ ਹੀ ਹੈਗੇ ਨੇ, ਦੁੱਲੋ ਸਾਹਿਬ ਵੀ ਤੇ ਬਾਜਵਾ ਸਾਹਿਬ ਵੀ, ਭਾਵੇਂ ਉਹਨਾਂ ਦੀ ਲੱਗਦੀ ਹੈਗੀ ਹੈ ਕੈਪਟਨ ਸਾਹਿਬ ਨਾਲ, ਪਰ ਉਹਨਾਂ ਨੇ ਜਿਹੜੀ ਮੰਗ ਰੱਖੀ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਨਜਾਇਜ਼ ਗੱਲ ਨਹੀਂ ਸੀਗੀ। ਜੇ ਉਹ ਇਹ ਮੰਗ ਕਰ ਰਹੇ ਨੇ ਕਿ CBI ਦੇ ਹਵਾਲੇ ਆ ਕੇਸ ਦੇ ਦਿਓ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਓ, ਇਹਦੇ ਵਿੱਚ ਕੈਪਟਨ ਸਾਹਿਬ ਨੂੰ ਇਤਰਾਜ਼ ਕੀ ਹੈਗੀ ਹੈ? ਕੀ ਇਤਰਾਜ਼ ਹੈਗਾ ਹੈ ਕਿ ਕੈਪਟਨ ਸਾਹਿਬ ਵੀ ਸਾਰਿਆਂ ਨੂੰ ਇਹੀ ਕਹਿੰਦੇ ਫਿਰਦੇ ਨੇ ਕਿ ਵੀ ਆਪਾਂ ਵਾਕਈ ਕੋਈ ਵੀ ਬਖਸ਼ਿਆ ਨਹੀਂ ਜਾਏਗਾ, ਕੋਈ ਵੀ ਇਹਦੇ ਵਿੱਚ ਚਾਹੇ ਕੋਈ ਲੀਡਰ, ਚਾਹੇ ਕੋਈ ਪੋਲੀਟੀਸ਼ੀਅਨ, ਕਿਹੜੀ ਵੀ ਪੋਲੀਟੀਕਲ ਪਾਰਟੀ ਦਾ ਇਨਵੋਲਵ ਹੋਇਆ, ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਔਰ ਪਰ ਜਦ CBI ਦੀ ਇਨਕੁਆਇਰੀ ਦੀ ਮੰਗ ਹੁੰਦੀ ਹੈ ਤਾਂ ਉੱਥੇ ਕਹਿੰਦੇ ਆ ਵੀ ਨਹੀਂ, ਆਹ ਰਾਜਨੀਤੀ ਕਰ ਰਹੇ, ਸਾਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਇਹ ਦੇਖੋ ਕਿ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਜਿੰਨੇ ਵੀ ਦੋਸ਼ੀ ਹੈਗੇ ਉਹ ਫੜੇ ਜਾਣ, ਔਰ ਉਹੀ ਮੰਗ ਪ੍ਰਤਾਪ ਸਿੰਘ ਬਾਜਵਾ ਤੇ ਦੁੱਲੋ ਉਹਨਾਂ ਵੀ ਕਰ ਰਹੇ ਨੇ। ਭਾਵੇਂ ਉਸ CBI ਦੀ ਮੰਗ ਨੂੰ ਤੁਸੀਂ ਕੇਜਰੀਵਾਲ ਦੀ ਮੰਗ ਨੂੰ ਤੇ ਠੁਕਰਾਤਾ, ਪਰ ਇਹਨਾਂ ਦੀ ਮੰਗ ਦੇ ਉੱਤੇ ਅੱਜ ਜਾਖੜ ਸਾਹਿਬ ਨੇ ਇੱਥੇ ਤੱਕ ਬਿਆਨ ਦੇ ਦਿੱਤਾ ਕਿ ਇਹਨਾਂ ਦੋਨੋਂ ਆਗੂਆਂ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਉਹਨਾਂ ਦੀ ਗਲਤੀ ਕੀ ਹੈਗੀ ਹੈ। ਉਹਨਾਂ ਨੇ ਅਗਰ CBI ਦੀ ਮੰਗ ਮੰਗੀ ਹੈ ਔਰ ਇਹ ਗੱਲ ਕਹੀ ਹੈ ਕਿ ਜਿਹੜੇ ਵੀ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮਸਲਾ ਤਾਂ ਇਹ ਹੋ ਗਿਆ ਸੀ ਨਾ ਕਿ ਪਾਰਟੀ ਦੇ ਵਿੱਚ 2 ਬੰਦੇ ਨੇ, ਉਹਨਾਂ ਨੂੰ ਪ੍ਰਧਾਨ ਕੋਲੇ ਆਉਣਾ ਚਾਹੀਦਾ ਸੀ। ਪਾਰਟੀ ਪ੍ਰਧਾਨ ਉਹਨਾਂ ਦੀ ਗੱਲ ਕਰਦਾ ਪਏ, ਡਿਸਪਲਿਨ ਦੀ ਗੱਲ ਦੇ ਉੱਤੇ ਤਾਂ ਕਹਿੰਦੇ ਹੋਣੇ ਆ, ਕਿਉਂਕਿ ਬਾਜਵਾ ਸਾਹਿਬ ਦਾ ਲਗਾਤਾਰ ਹੀ ਆਪਦੀ ਜਿਹੜੀ ਆ ਬੰਦੂਕਾਂ ਦੀਆਂ ਗੋਲੀਆਂ ਸ਼ਰਰੇ ਪਾ ਕੇ ਇੱਧਰ ਦੱਬੀ ਆਉਂਦੇ ਨੇ ਕੈਪਟਨ ਸਾਹਿਬ ਕੰਨੀ। ਦੇਖੋ ਇਹ ਤੇ ਗੱਲ ਠੀਕ ਹੈ, ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਬਾਜਵਾ ਉਹਨਾਂ ਦੀ ਧੌਣ ਤੇ ਲੱਤ ਰੱਖ ਕੇ ਪ੍ਰਧਾਨਗੀ ਲਈ ਤੇ ਮੁੱਖ ਮੰਤਰੀਸ਼ਿਪ ਵੀ ਲਈ, ਉਸ ਤੋਂ ਬਾਅਦ ਤੁਸੀਂ ਉਹਨਾਂ ਤੋਂ ਉਮੀਦ ਕਰਦੇ ਹੋ ਕਿ ਉਹ ਤੁਹਾਡੇ ਨਾਲ ਗੱਲ ਕਰਨ, ਪਿਆਰ ਨਾਲ, ਮੁਹੱਬਤ ਨਾਲ, ਮੁੱਦਿਆਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਤੁਹਾਨੂੰ ਘੇਰਿਆ ਜਾਂਦਾ ਹੈ। ਦੇਖੋ ਪੋਲੀਟੀਕਲ ਰਾਈਵਲਰੀ ਹਰ ਪੋਲੀਟੀਕਲ ਪਾਰਟੀ 'ਚ ਹੁੰਦੀ ਹੈ, ਔਰ ਇਹ ਗੱਲ ਕੈਪਟਨ ਸਾਹਿਬ ਵੀ ਜਾਣਦੇ ਨੇ, ਬਾਜਵਾ ਸਾਹਿਬ ਵੀ ਜਾਣਦੇ ਨੇ, ਔਰ ਅਸੀਂ ਵੀ ਜਾਣਦੇ ਹਾਂ ਕਿ ਇਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਕਾਂਗਰਸ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖ ਕੇ ਬਾਜਵਾ ਉਹਨਾਂ ਦੇ ਖਿਲਾਫ ਇੱਥੇ ਤੱਕ ਐਲੀਗੇਸ਼ਨ ਲਾਇਆ ਸੀਗਾ ਕਿ ਇਹ ਟੈਰਰਿਜ਼ਮ ਦੇ ਦੌਰਾਨ ਜਾਂ ਟੈਰਰਿਸਟਾਂ ਨਾਲ ਮਿਲੇ ਹੋਏ ਨੇ, ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਨੇ। ਤੇ ਜਦ ਬਾਜਵਾ ਸਾਹਿਬ ਨੂੰ ਕੋਈ ਮੌਕਾ ਮਿਲੇ ਤੇ ਉਹ ਕਿਉਂ ਛੱਡਣਗੇ ਵੀ? ਔਰ ਇਸ ਗੱਲ ਨੂੰ ਤੁਸੀਂ ਜਵਾਬ ਪੋਲੀਟੀਕਲੀ ਦਿਓ। ਹੁਣ ਜਾਖੜ ਸਾਹਿਬ ਵਰਗੇ ਸਹੀ ਬੰਦੇ, ਜਿਨ੍ਹਾਂ ਨੂੰ ਆਪਾਂ ਬੜੀ ਅੱਛੀ ਸੋਚ ਦੇ ਪੋਲੀਟੀਸ਼ੀਅਨ ਕਹਿੰਦੇ ਆ, ਉਹ ਅਗਰ ਇਹ ਗੱਲ ਕਹਿੰਦੇ ਨੇ ਕਿ ਬਈ ਇਹਨਾਂ ਨੂੰ ਪਾਰਟੀ ਤੋਂ ਕੱਢ ਦਿਓ, ਤੇ ਕਿਸੇ ਨਾ ਕਿਸੇ ਜਗ੍ਹਾ ਜਾਖੜ ਸਾਹਿਬ ਤੋਂ ਵੀ ਇਹ ਗੱਲ ਘਵਾਈ ਜਾਂਦੀ ਹੈ ਔਰ ਜਾਖੜ ਸਾਹਿਬ ਨੂੰ ਮਜਬੂਰ ਕੀਤਾ ਜਾਂਦਾ ਵੀ ਏਦਾਂ ਦੇ ਬਿਆਨ ਦਿਓ। ਕਿਉਂਕਿ ਜਦ ਗੱਲ ਸਿੱਧੂ ਦੇ ਮੁੱਦੇ ਦੇ ਉੱਤੇ ਹੁੰਦੀ ਸੀ ਤਦ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਜਾਖੜ ਸਾਹਿਬ ਮਿੱਠੀ ਜਿਹੀ ਚੁੱਪੀ ਸਾਧ ਕੇ ਚੁੱਪ ਹੋ ਜਾਂਦੇ ਸੀ, ਪਰ ਇਸ ਮੁੱਦੇ ਤੇ ਖੁੱਲ ਕੇ ਉਹਨਾਂ ਨੇ ਬਿਆਨ ਦਿੱਤਾ ਔਰ ਉਹ ਬਿਆਨ ਵੀ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਨੇ ਰਿਲੀਜ਼ ਕੀਤਾ। ਇਹ ਦੇਖੋ ਕਿ ਜਾਖੜ ਸਾਹਿਬ ਦਾ ਜਿਹੜਾ ਪ੍ਰੈਸ ਕਾਨਫਰੰਸ ਹੈਗੀ ਹੈ, ਬਿਆਨ ਹੈਗਾ, ਉਹ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਘਵੀਨ ਠੁਕਰਾਲ ਜੀ ਰਿਲੀਜ਼ ਕਰਦੇ ਨੇ ਆਪਣੇ ਪਰਸਨਲ ਅਕਾਊਂਟ ਤੋਂ ਜਾਂ ਮੀਡੀਆ ਐਡਵਾਈਜ਼ਰ ਦੇ ਅਕਾਊਂਟ ਤੋਂ। ਇਹ ਕਿਸੇ ਨਾ ਕਿਸੇ ਜਗ੍ਹਾ 5 ਮੰਤਰੀਆਂ ਦਾ ਬਿਆਨ ਅਚਾਨਕ ਬਾਜਵਾ ਤੇ ਦੁੱਲੋ ਦੇ ਖਿਲਾਫ ਆ ਜਾਣਾ, ਇਹ ਤੇ ਅੰਦਰੂਨੀ ਕਲਹ ਹੈਗਾ, ਕਲੇਸ਼ ਹੈਗਾ, ਜਿਹੜਾ ਚੱਲਦਾ ਹੀ ਰਹਿਣਾ ਜਦ ਤੱਕ ਸਰਕਾਰ ਰਹਿਣੀ ਹੈ। ਔਰ ਆਉਣ ਵਾਲੇ ਟਾਈਮ ਵਿੱਚ ਜੋ ਕੁਝ ਕੈਪਟਨ ਸਾਹਿਬ ਨੇ ਦੂਜਿਆਂ ਨਾਲ ਕੀਤਾ ਹੈ ਉਹ ਕੈਪਟਨ ਸਾਹਿਬ ਨੂੰ ਵੀ ਝੇਲਣਾ ਹੀ ਪੈਣਾ ਹੈ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਮਿਹਰਬਾਨੀ। ਕਰੋਨਾ ਦੀ ਕੀ ਸਥਿਤੀ ਹੈ ਜੀ, ਥੋੜੀ ਦੱਸ ਦਿੰਦੇ ਜਾਂਦੇ ਜਾਂਦੇ। ਕਰੋਨਾ ਦੀ, ਹਾਂਜੀ ਮੈਨੂੰ ਕਹਿ ਰਹੇ ਜੀ? ਹਾਂਜੀ ਕਰੋਨਾ ਤੇ ਜੀ ਦਿਨ ਪ੍ਰਤੀ ਦਿਨ ਪੰਜਾਬ ਵਿੱਚ ਵੱਧ ਹੀ ਰਿਹਾ ਹੈ, ਔਰ ਜੇ ਕਰੋਨਾ ਕਿਤੇ ਕੰਟਰੋਲ ਨਹੀਂ ਕੀਤਾ ਤੇ ਦਿੱਲੀ ਵਾਲੇ ਜਿਹੜੇ ਹਾਲਾਤ ਪਹਿਲੇ ਹੁੰਦੇ ਸੀਗੇ, ਦਿੱਲੀ 'ਚ ਹੁਣ ਕਰੋਨਾ ਕੰਟਰੋਲ 'ਚ ਹੈ ਤੇ ਪੰਜਾਬ ਵੀ ਏਦਾਂ ਦੇ ਹਾਲਾਤ ਹੋ ਜਾਣੇ। ਸਰਕਾਰ ਨੂੰ ਨਾ ਕੇਵਲ ਜਾਲੀ ਸ਼ਰਾਬ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ, ਪਰ ਕਰੋਨਾ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਕਿ ਇਹ ਨਾ ਵਧੇ, ਨਾ ਆਊਟ ਆਫ ਕੰਟਰੋਲ ਹੋਏ, ਕਿਉਂਕਿ ਅਸੀਂ ਆਸ ਕਰ ਰਹੇ ਹਾਂ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਕਰੋਨਾ ਦੇ ਉੱਤੇ ਨੱਥ ਪਾਉਣ 'ਚ ਅਸੀਂ ਕਾਮਯਾਬ ਹੋਣਗੇ, ਭਾਵੇਂ ਉਹ ਵੈਕਸੀਨ ਆਉਣ ਕਰਕੇ ਜਾਂ ਆਪਣੇ ਆਪ ਹੀ ਇੱਕ ਤਰੀਕੇ ਨਾਲ ਆਟੋਮੈਟਿਕਲੀ ਕਰੋਨਾ ਕਿਸੇ ਖਤਮ ਹੋ ਜਾਏ। ਪਰ ਜੋ ਹਾਲਾਤ ਵੱਧ ਰਹੇ ਨੇ ਪੰਜਾਬ ਵਿੱਚ ਉਹ ਵਾਕਈ ਖਤਰਨਾਕ ਹੈ। ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ ਰਜੀਵ ਭਾਸਕਰ ਜੀ, ਬਹੁਤ ਬਹੁਤ ਧੰਨਵਾਦ। ਤੇ ਚੱਲੀਏ ਜੀ ਗੁਰਦਾਸਪੁਰ, ਤੇ ਗੁਰਦਾਸਪੁਰ ਤੋਂ ਨਿਤਿਨ ਲੂਥਰਾ ਜੀ ਮੇਰੇ ਨਾਲ ਨੇ। ਲੂਥਰਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਗੁਰਦਾਸਪੁਰ ਜ਼ਿਲ੍ਹੇ ਦੀ ਰਾਜਨੀਤੀ ਕੀ ਬੋਲ ਰਹੀ ਹੈ ਜੀ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਤੇ? ਕੋਈ ਧੰਨਵਾਦ ਸਾਹਿਬ,
ਤੁਸੀਂ ਵੀ ਬੜੇ ਵਿਸਤਾਰ ਨਾਲ ਇਸ ਤੇ ਸਾਨੂੰ ਗਿਆਨ ਦਿੱਤਾ ਸੀ ਤੇ ਅਸੀਂ ਵੀ ਤੁਹਾਨੂੰ ਇਹ ਗੱਲ ਕਹੀ ਕਿ ਇਹਦੇ ਮਾਇਨੇ ਬਹੁਤ ਨਿਕਲਣਗੇ ਜੀ ਤੇ ਜਿਹਦਾ ਰਿਜ਼ਲਟ ਅੱਜ ਵੇਖਣ ਨੂੰ ਮਿਲਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਜ ਬੜਾ ਵੱਡਾ ਫੈਸਲਾ ਲੈਂਦੇ ਹੋਏ ਜੀ ਇਹ ਗੱਲ ਕਹਿ ਦਿੱਤੀ ਹੈ, ਚਿੱਠੀ ਵੀ ਜਾਰੀ ਕਰ ਦਿੱਤੀ ਹੈ ਔਰ ਹੁਕਮਨਾਮਾ ਸੁਣਾਤਾ ਵਾ ਅਕਾਲ ਤਖਤ ਸਾਹਿਬ ਤੋਂ ਕਿ SGPC ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਜੀ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਨੇ, ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ SGPC ਦੀ ਮੈਂਬਰ ਆ ਜੀ, ਇਹਨਾਂ ਨੂੰ ਤਨਖਾਹੀਏ ਕਰਾਰ ਦੇ ਦਿੱਤਾ ਗਿਆ ਸੁੱਚਾ ਸਿੰਘ ਲੰਗਾਹ ਨੂੰ ਮਾਫੀ ਦਿਵਾਉਣ ਦੇ ਚੱਕਰ ਜੀ। ਔਰ ਜਦੋਂ ਸਿੱਖ ਸੰਗਤਾਂ ਇੱਥੋਂ ਇਕੱਠੀਆਂ ਹੋ ਕੇ ਉੱਥੇ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਵੀ ਇਹੋ ਗੱਲ ਕਹੀ ਜਿਹੜੀ ਤੇ ਆਪਾਂ ਕੱਲ ਬੜੀ ਚਰਚਾ ਕੀਤੀ ਸੀ ਕਿ ਇਹਦਾ ਮਤਲਬ ਆ ਕਿ ਆਪਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਈਡਲਾਈਨ ਕਰਕੇ ਤੇ ਨਵੇਂ ਰਾਹ ਲੱਭਾਂਗੇ ਜੀ, ਨਵੀਆਂ ਪੈੜਾਂ ਪਾਵਾਂਗੇ। ਉਹਨਾਂ ਪੈੜਾਂ ਨੂੰ ਕਿਤੇ ਨਾ ਕਿਤੇ ਠੱਲ ਜ਼ਰੂਰ ਪਈ ਆ ਔਰ ਇਹ ਜਿਹੜੀ ਸਜ਼ਾ ਲੱਗੀ ਆ, ਜੇ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਜਾਂ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਘੱਟ ਵਾ। ਇਹ ਕਿਤੇ ਨਾ ਕਿਤੇ ਜਿਨ੍ਹਾਂ ਨੇ ਇਹ ਸਾਰਾ ਕੌਤਕ ਰਚਿਆ ਵਾ ਜੀ, ਉਹਨਾਂ ਨੂੰ ਵੀ ਪੰਥ ਚੋਂ ਛਿੱਕਣਾ ਚਾਹੀਦਾ ਵਾ ਤਾਂ ਕਿ ਜਿਹੜੀ ਆਉਣ ਵਾਲੀ ਲੋਕ ਜਿਹੜਾ ਕੋਈ ਐਸੀ ਘਟਨਾ ਵਾਪਰ ਜਾਵੇ ਤੇ ਕੋਈ ਐਸੀ ਹਿਮਾਕਤ ਨਾ ਕਰੇ ਕਿ ਅਕਾਲ ਤਖਤ ਸਾਹਿਬ ਨੂੰ ਦਰਕਿਨਾਰ ਕਰਕੇ ਤੇ ਆਪਣੀ ਮਨਮਰਜ਼ੀ ਮੁਤਾਬਕ ਆਪਣੀ ਮਨਮਤ ਨਾਲ ਜਿੱਥੋਂ ਮਰਜ਼ੀ ਜਾ ਕੇ ਮਾਫੀ ਮੰਗ ਲੈ। ਇਸ ਗੱਲ ਨੂੰ ਲੈ ਕੇ ਵੀ ਸਿੱਖ ਸੰਗਤਾਂ ਨੇ ਜਿਹੜਾ ਵਾ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਤੇ ਮੰਗ ਕੀਤੀ ਆ ਕਿ ਇੰਨੀ ਨਾਲ ਗੱਲ ਨਹੀਂ ਬਣਨੀ, ਇਸ ਤੇ ਹੋਰ ਸਖਤ ਫੈਸਲੇ ਲਏ ਜਾਣੇ ਚਾਹੀਦੇ ਨੇ ਤੇ ਉਹ ਸਮਾਂ ਦੂਰ ਨਹੀਂ ਜਿਸ ਤਰ੍ਹਾਂ ਕਿ ਬਾਬਾ ਰਾਮ ਰਹੀਮ ਵਾਲਾ ਸਮਾਂ ਆ ਜਾਏਗਾ ਜਦੋਂ ਮਰਜ਼ੀ ਮਾਫੀ ਦੇ ਦਿੱਤੀ ਤੇ ਜਦੋਂ ਮਰਜ਼ੀ ਮਾਫੀ ਵਾਪਸ ਲੈ ਲਈ। ਗੱਲ ਹੈ ਵੀ ਬੜੀ ਗੰਭੀਰ ਹੈ ਧੰਨਵਾਦ ਸਾਹਿਬ। ਅੱਛਾ, ਇੱਕ ਚੀਜ਼ ਦੱਸੋ, ਇਹਦੇ ਤੇ ਰਾਜਨੀਤਿਕ ਲੋਕਾਂ ਦਾ ਵੀ ਕੋਈ ਬਿਆਨ ਆਇਆ? ਤਾਂ ਆਪਾਂ ਸਮਾਜਿਕ ਗੱਲ ਕਰ ਰਹੇ ਹਾਂ ਜਿਹੜੀ। ਫਿਲਹਾਲ ਰਾਜਨੀਤਿਕ ਕਿਸੇ ਵੀ ਬੰਦੇ ਦਾ ਕੋਈ ਬਿਆਨ ਨਹੀਂ ਆਇਆ। ਕੱਲ ਜਦੋਂ ਗੁਰਬਚਨ ਸਿੰਘ ਬੱਬੇਹਾਲੀ ਨਾਲ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਸ਼ਬਦਾਂ 'ਚ ਕਹਿਤਾ ਅਕਾਲੀ ਦਲ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਨਾ ਉਹ ਸਾਡੇ ਅਕਾਲੀ ਦਲ ਦੇ ਮੈਂਬਰ ਨੇ ਤੇ ਨਾ ਹੀ ਉਹਨਾਂ ਨੂੰ ਮਾਫ ਕਰਨ ਦੀ ਫਿਲਹਾਲ ਕੋਈ ਪ੍ਰਤੀਕਿਰਿਆ ਵਾ। ਪਰ ਜਿਹੜੇ ਧਾਰਮਿਕ ਜਥੇਬੰਦੀਆਂ ਦੇ ਲੋਕ ਉੱਥੇ ਗਏ ਸੀ ਉਹਨਾਂ ਦਾ ਕਹਿਣਾ ਕਿ ਇਹ ਅਕਾਲੀ ਦਲ ਦੀ ਸੋਚੀ ਸਮਝੀ ਸਾਜ਼ਿਸ਼ ਆ ਕਿ ਪਹਿਲਾਂ ਬਾਹਰੋਂ ਮਾਫ ਕਰਾ ਲਓ ਤੇ ਜਦ ਕਿ ਇਹ ਵੀ ਪਤਾ ਲੱਗਾ ਵਾ ਕਿ ਪਹਿਲਾਂ ਪੰਜ ਪਿਆਰੇ ਸਾਹਿਬਾਨ ਜਿਹੜੇ ਆ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਇੱਥੇ ਆਏ ਸੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ, ਪਰ ਜਦੋਂ ਰੌਲਾ ਪਾਇਆ ਗਿਆ ਤੇ ਉਹ ਉੱਥੇ ਰੋਕ ਲਏ ਗਏ ਤੇ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਮਾਫ ਕਰਾਤੀ, ਮਾਫੀ ਦੇ ਦਿੱਤੀ, ਜਦਕਿ ਇਹ ਸਰਾਸਰ ਸਿੱਖ ਧਰਮ ਦੇ ਉਲਟ ਵਾ। ਏਦਾਂ ਹੋ ਨਹੀਂ ਸਕਦਾ, ਨਾ ਕਦੀ ਹੋਇਆ ਵਾ ਨਾ ਗਾ ਹੋਣਾ ਵਾ। ਜੀ ਜੀ ਜੀ। ਪਰ ਇੱਕ ਨਵਾਂ ਜਿਹੜੀ ਪੈੜ ਪਾਈ ਹੈ ਸਰਾਸਰ ਗਲਤ ਸੀ। ਹੁਣ ਇਹਦੇ ਨਾਲ ਜਿੱਥੇ ਕਿਤੇ ਮਾਫੀ ਮਿਲਣੀ ਵੀ ਸੀ, ਜੇ ਕਿਤੇ ਪੰਜ ਪਿਆਰੇ ਮਾਫ ਕਰਨਾ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਇਸ ਤੇ ਵਿਚਾਰ ਵੀ ਕਰਨੀ ਸੀ, ਹੁਣ ਉਹ ਵੀ ਸ਼ਾਇਦ ਹੁਣ ਜਿਹੜੀ ਉਹ ਲੰਮੀ ਪੈ ਜਾਣੀ। ਬਿਲਕੁਲ, ਉਹ ਵੀ ਹੁਣ ਹੋ ਜਾਣੀ ਹੈ ਕਿਉਂਕਿ ਸੁੱਚਾ ਸਿੰਘ ਲੰਗਾਹ ਕਰਕੇ ਜੇ ਕਿਤੇ ਹੋਰ ਵੀ ਕਿਸੇ ਨੂੰ ਮਾਫੀ ਮਿਲਣੀ ਸੀ ਜਾਂ ਜਿਹਦਾ ਕਿਤੇ ਸਮਾਂ ਆ ਗਿਆ ਸੀ ਮਾਫੀ ਲੈਣ ਦਾ ਜਾਂ ਜਿਸ ਨੂੰ ਮਾਫੀ ਦੇਣ ਦਾ, ਹੁਣ ਉਹ ਵੀ ਖੱਡੇ ਰਸਤੇ 'ਚ ਪੈ ਗਈ। ਇੱਕ ਘੜੀ ਦੀ ਭੁੱਲ ਜਿਹੜੀ ਆ 100 ਕੂਦ ਜਾ ਪਈ। ਨਾਲੇ ਇੰਨੀ ਗੱਲ ਹੀ ਨਹੀਂ ਅਜੇ ਤੱਕ ਜਾਣੇ ਵਾਲੀ ਸਭ ਸਮਝ ਆ ਰਹੀ ਕਿ ਇਹਦੀ ਕਾਹਲੀ ਕਾਹਦੀ ਹੁਣ ਮਾਫੀ ਮੰਗਣ ਦੀ। ਪਤਾ ਨਹੀਂ ਕੀ ਹੈ ਜੀ, ਜਾਂ ਤਾਂ ਐ ਹੋਣਾ ਵੀ ਕੋਈ ਵੋਟਾਂ ਨੇੜੇ ਨੇੜੇ ਸੋਚਦੇ ਹੋਣੇ ਵੀ ਚਲੋ ਹੁਣੇ ਤੋਂ ਕੰਮ ਸ਼ੁਰੂ ਕਰੀਏ। ਧੰਨਵਾਦ ਸਾਹਿਬ, ਆਪਾਂ ਸਿਆਸੀ ਚਸ਼ਮਾ ਲਾ ਲਈ ਹੁਣ ਥੋੜੀ ਦੇਰ ਲਈ। ਲਾਓ ਜੀ, ਭਾਵੇਂ ਵੋਟਾਂ ਆ ਜਾਣ ਜੀ, ਆਪਾਂ ਸਮਝਦੇ ਕਿ ਅਕਾਲੀ ਦਲ ਇਹਨਾਂ ਨੂੰ ਵਾਪਸ ਲੈ ਲੇਗਾ ਨਾ। ਉਹ ਤਾਂ ਆਪ ਹੀ ਗਲਤੀ ਕਰ ਗਿਆ ਤੇ ਮਾਝਾ ਹੀ ਇੱਕ ਐਸਾ ਵਾ, ਜੇ ਇੱਕ ਵਾਰੀ ਹਾਂ ਬੋਲਤੀ ਤੇ ਫਿਰ ਹਾਂ ਹੀ ਤੁਰੀ ਰਹਿਣੀ ਹੈ ਜੀ, ਜੇ ਨਾ ਬੋਲਤੀ ਤੇ ਇਹਦੀ ਅਜੇ ਤੇ ਜਿਹੜੇ ਜਾਣਕਾਰ ਨੇ ਉਹ ਕਹਿੰਦੇ ਜੀ ਇਹਦੇ ਵੀਡੀਓ ਦਾ ਚੌਥਾ ਹਿੱਸਾ ਵੀ ਨਹੀਂ ਬਾਹਰ, ਅਜੇ 3 ਹਿੱਸੇ ਤੇ ਬਕਾਇਆ ਨੇ ਜੀ, ਤੇ ਉਹ ਬਾਹਰ ਨਹੀਂ ਆਉਣੀ। ਕਿੱਦਾਂ ਮਾਫੀ ਮਿਲ ਜੇਗੀ? ਇਹਦੀ ਕਾਹਦੀ ਅੱਗ ਵਾ ਸਿਆਸਤ ਚ ਆਉਣ ਦੀ, ਇਹਦੀ ਕਾਹਦੀ ਦੌੜ ਵਾ? ਜੇ ਜ਼ਿੰਦਗੀ 'ਚ ਬੱਜਰ ਗਲਤੀ ਹੋ ਗਈ ਇਹਨੂੰ ਮਾਫੀ ਮੰਗ ਕੇ ਗੁਰੂ ਦਾ ਭਾਰਾ ਮੰਨ ਕੇ ਘਰ ਬੈਠੇ ਰਹੋ। ਕੰਮ ਤੇ ਤੁਹਾਡੇ ਸਾਰੇ SGPC 'ਚ ਵੀ ਹੋਈ ਜਾਂਦੇ, ਅਕਾਲੀ ਦਲ 'ਚ ਵੀ ਹੋਈ ਜਾਂਦੇ, ਤੇ ਲੋਕ ਵੀ ਤੁਹਾਨੂੰ ਅਕਾਲੀ ਦਲ ਦੇ ਮਿਲਣ ਆਉਂਦੇ ਸੀ। ਸੁੱਚਾ ਸਿੰਘ ਲੰਗਾਹ ਦਾ ਆਪਣਾ ਮੁੰਡਾ ਯੂਥ ਅਕਾਲੀ ਦਲ ਦੇ ਵਿੱਚ ਕੋਰ ਕਮੇਟੀ ਦਾ ਮੈਂਬਰ ਆ, ਉਹਨੂੰ ਕੁਛ ਨਹੀਂ ਕਿਹਾ ਗਿਆ ਜੀ, ਉਹ ਵੀ ਨਾਲ ਹੀ ਰਹਿੰਦਾ, ਮਿਲਦਾ ਗਿਲਦਾ ਸਾਰਾ। ਇਹ ਤਾਂ ਕਿਹਾ ਗਿਆ ਸੀ ਤੇ ਜਿਹੜਾ ਉਹਨਾਂ ਨਾਲ
ਰੋਟੀ ਬੇਟੀ ਦੀ ਸਾਂਝ ਪਾਏਗਾ ਉਹ ਵੀ ਜਿਹੜਾ ਨਾ ਫਿਰ ਪੰਥ ਦਾ ਰੋਟੀ ਬੇਟੀ ਹੋਏਗਾ। ਜੇ ਪੁੱਤ ਨੂੰ ਹੀ ਰੱਖੀ ਬੈਠੇ ਤਾਂ ਫਿਰ ਰੋਟੀ ਬੇਟੀ ਦੀ ਕੀ ਰਹੇਗੀ? ਪੁੱਤ ਘਰੇ ਨਹੀਂ ਰੋਟੀ ਕੀ ਖਾਂਦਾ ਰਹਿ ਜੀ ਗਈ? ਫਿਰ। ਇਸ ਲਈ ਫਿਰ ਵੀ ਇੱਕ ਵਾਰੀ ਸਾਡੇ ਸਿੰਘ ਸਾਹਿਬਾਨ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਦੇ ਬਾਰੇ ਦੁਬਾਰਾ ਇੱਕ ਵਾਰੀ ਵਿਚਾਰ ਕਰਨੀ ਚਾਹੀਦੀ ਆ। ਕੋਈ ਵੀ ਆ, ਮੈਂ ਵਾ ਤੁਸੀਂ ਆ, ਕੋਈ ਵੀ ਆ, ਜਦੋਂ ਪੰਥ ਚ ਕਿਸੇ ਨੂੰ ਛੇਕਤਾ ਤੇ ਜਦੋਂ ਅਸੀਂ ਉਹਦਾ ਮੇਲ ਮਿਲਾਪ ਰੱਖਾਂਗੇ ਤੇ ਉਹਨੂੰ ਵੀ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਤੇ ਸਿੱਖ ਜਥੇਬੰਦੀਆਂ ਨੂੰ ਇਹ ਆਸ ਵਾ ਕਿ ਦੁਬਾਰਾ ਫਿਰ ਜਿਹੜੇ ਵਾ ਇਹ ਤੇ ਵਿਚਾਰ ਜ਼ਰੂਰ ਕੀਤੀ ਜਾਏਗੀ ਇਸ ਵਾਸਤੇ। ਜੀ 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 ਧੰਨਵਾਦ। ਮੈਂ ਤੇ ਕਰੋਨਾ ਦੀ ਕੀ ਸਥਿਤੀ ਹੈ ਜੀ? ਕਰੋਨਾ ਦੀ ਧੰਨਵਾਦ ਸਾਹਿਬ ਗੱਲ ਕੀਤੀ ਜਾਵੇ ਤਾਂ ਕਰੋਨਾ ਦਿਨ ਪ੍ਰਤੀ ਦਿਨ ਵੱਧਦੇ ਪਏ ਆ। ਡੈਥ ਰੇਟ ਘਟੀ ਆ, ਰਿਕਵਰੀ ਰੇਟ ਠੀਕ ਆ ਜੀ, ਪਰ ਇਹ ਨਹੀਂ ਸਮਝ ਆ ਰਹੀ, ਇਹ ਭੰਬਲ ਭੂਸਾ ਨਹੀਂ ਅਜੇ ਤੱਕ ਸਮਝ ਆ ਰਿਹਾ ਕਿ ਕਰੋਨਾ ਵੱਧ ਕਿਉਂ ਰਿਹਾ ਵਾ ਤੇ ਘਟ ਕਿਉਂ ਰਿਹਾ ਵਾ। ਜੀ, ਵੱਧ ਇਸ ਤਰੀਕੇ ਨਾਲ ਰਿਹਾ, ਮੇਰੇ ਕਹਿਣ ਦਾ ਮਤਲਬ ਮੈਂ ਆਪਣੇ ਸਰੋਤੇ ਜਿਹੜੇ ਸੁਣਦੇ ਪਏ ਕਿਤੇ ਭੁਲੇਖੇ ਨਾ ਰਹਿ ਜਾਣ। ਵੱਧ ਇੱਦਾਂ ਰਿਹਾ ਵਾ ਕਿ ਇੱਕ ਐਵਰੇਜ ਸੈੱਟ ਕਰ ਲਈ ਹੈ ਸਿਹਤ ਵਿਭਾਗ ਨੇ ਕਿ ਰੋਜ਼ ਦਾ 200 ਟੈਸਟ ਕਰਨਾ, ਜੀ, ਜਿਸ ਤੋਂ 20 ਤੋਂ 25 ਬੰਦੇ ਰੋਜ਼ ਪੋਜ਼ਿਟਿਵ ਕੱਢਣੇ ਆ। ਇੱਕ ਐਵਰੇਜ ਸੈੱਟ ਹੋ ਗਈ ਹੈ ਜੀ। ਉਹਨੇ ਹੀ ਬੰਦੇ ਅਗਲੇ ਦਿਨ ਨੈਗੇਟਿਵ ਆ ਜਾਂਦੇ ਆ, ਸੇਮ ਡੇ ਪੋਜ਼ਿਟਿਵ ਆ ਜਾਂਦੇ। ਇਹ ਰੇਸ਼ੋ ਹੁਣ ਲੋਕਾਂ ਦੀ ਸਮਝ ਨਹੀਂ ਆਉਣ ਡਈ ਜੀ ਕਿ ਆਖਿਰ ਇਹ ਸਾਰਾ ਮਾਮਲਾ ਹੈ ਕੀ। ਕਈ ਜਾਣਕਾਰ ਦੱਸਦੇ, ਮੈਂ ਪੁਸ਼ਟੀ ਨਹੀਂ ਕਰਦਾ ਇਸ ਗੱਲ ਦੀ, ਕਈ ਜਾਣਕਾਰ ਦੱਸਦੇ ਆ ਕਿ ਇੱਕ ਟੈਸਟ ਦਾ 2000 ਰੁਪਈਆ ਸ਼ਾਇਦ ਇਹਨਾਂ ਨੂੰ ਸਰਕਾਰੀ ਆਉਂਦਾ ਵਾ ਜੀ ਕਰਨ ਦਾ। ਦੱਬੀ ਆਉਂਦੇ ਇੱਕ ਹਸਪਤਾਲ ਨੂੰ 2000 ਰੁਪਈਆ ਸਰਕਾਰੀ ਆਉਂਦਾ ਟੈਸਟ ਕਰਨ ਦਾ ਜੀ, ਤੇ 600 ਰੁਪਈਆ ਦਾ ਖਰਚਾ ਵਾ ਸਾਰਾ ਹੀ। ਦੱਸੋ 1400 ਰੁਪਈਆ ਕਿੱਥੇ ਜਾ ਰਿਹਾ ਜਾਂ ਕਿੱਦਾਂ ਆ ਰਿਹਾ ਇਹ ਸਾਨੂੰ ਨਹੀਂ ਪਤਾ, ਲੇਕਿਨ ਇਹਦੀ ਵੀ ਘੋਖ ਜ਼ਰੂਰ ਕਰਾਂਗੇ, ਇਹਦੀ RTI ਪਾਵਾਂਗੇ ਜਾਂ ਕੁਝ ਕਰਕੇ ਇਸ ਬਾਰੇ ਵੀ ਜ਼ਰੂਰ ਪੁਸ਼ਟੀ ਕਰਾਂਗੇ ਵੀ ਕੀ ਇਹ ਗੱਲ ਸੱਚਾਈ ਆ। ਅਗਰ ਇਹ 2000 ਆਉਂਦਾ ਆ ਤੇ ਫਿਰ ਸਿਹਤ ਵਿਭਾਗ ਬੜਾ ਵੱਡੇ ਲੈਵਲ ਤੇ ਸਕੈਟਲ ਕਰਦਾ ਪਿਆ ਜੀ, ਤੇ ਬੜੇ ਵੱਡੇ ਲੈਵਲ ਤੇ ਪੈਸੇ ਛਾਪਦਾ ਪਿਆ। ਇਹ ਜਾਂਚ ਦਾ ਵਿਸ਼ਾ ਵਾ, ਜ਼ਰੂਰ ਇਸ ਬਾਰੇ ਵੀ ਕਰਨਾ ਪਏਗਾ ਘੋਖ ਕਰਾਂਗੇ ਜੀ। ਬਿਲਕੁਲ, ਮਿਹਰਬਾਨੀ ਜੀ ਤੁਹਾਡੀ, ਧੰਨਵਾਦ। ਤੇ ਮਾਨਸਾ ਚੱਲਦੇ ਹਾਂ, ਬਲਦੇਵ ਸ਼ਰਮਾ ਜੀ ਸਾਡੇ ਨਾਲ ਨੇ। ਬਲਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਵਰਨ ਜੀ। ਬਲਦੇਵ ਜੀ, ਕਹਿੰਦੇ ਆ ਰੁੱਤ ਨਰਮੇ ਦੇ ਵਿੱਚ ਚਿੱਟੀ ਮੱਖੀ ਦੀ ਹੁੰਦੀ ਹੈ, ਤੇ ਕੀ ਹੈ ਜੀ ਹਾਲਾਤ ਨਰਮੇ ਦੇ? ਜੀ ਸਵਰਨ ਜੀ, ਮਾਨਸਾ ਜ਼ਿਲ੍ਹੇ ਦੇ ਵਿੱਚ ਸਰਦੂਲਗੜ੍ਹ ਹਲਕੇ ਦੇ 1 ਦਰਜਨ ਦੇ ਕਰੀਬ ਪਿੰਡਾਂ 'ਚ ਸਫੇਦ ਮੱਖੀ ਨੇ ਨਰਮੇ ਦੀ ਫਸਲ ਤੇ ਹਮਲਾ ਕੀਤਾ ਹੈ ਜੀ। 2017 ਦੇ ਵਿੱਚ ਵੀ ਇੱਥੋਂ ਹੀ ਜਿਹੜੇ ਸਫੇਦ ਮੱਖੀ ਦੀ ਸ਼ੁਰੂਆਤ ਹੋਈ ਸੀ, ਮਾਨਸਾ ਜ਼ਿਲ੍ਹੇ ਤੋਂ ਵੱਡੀ ਪੱਧਰ ਤੇ ਨਰਮੇ ਦੀ ਫਸਲ ਹੈ ਬਰਬਾਦ ਕੀਤੀ ਸੀ ਜੀ। ਹੁਣ ਫੇਰ ਕਿਸਾਨਾਂ ਨੂੰ ਉਹੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਰਸਾਤ ਨੇ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਤਬਾਹ ਕੀਤੀ ਹੈ। ਹਜੇ ਵੀ ਪਾਣੀ 2-2, 3-3 ਫੁੱਟ ਖੜਾ ਫਸਲਾਂ 'ਚ। ਅੱਛਾ ਜੀ। ਕਿਸਾਨ ਹੈ ਜਿਹੜੇ ਹਜੇ ਉਸ ਸਦਮੇ ਤੋਂ ਨਹੀਂ ਉੱਭਰੇ ਸੀ ਕਿ ਹੁਣ ਸਫੈਦ ਮੱਖੀ ਨੇ ਕੰਮ ਕਰਤਾ। ਤੇ ਅੱਜ ਜਾ ਕੇ ਦੇਖਿਆ ਖੇਤਾਂ ਦੇ ਵਿੱਚ, ਕਹਿੰਦੇ ਬਹੁਤ ਸਪਰੇਆਂ ਕਰਨੀਆਂ ਤੇ ਜੀ। ਤੇ ਅਸੀਂ ਇਸ ਦੇ ਮਾਮਲੇ ਦੇ ਧਿਆਨ ਚ ਲਿਆਂਦਾ ਖੇਤੀਬਾੜੀ ਵਿਭਾਗ ਦੇ। ਖੇਤੀਬਾੜੀ ਵਿਭਾਗ ਨੇ ਦੇਖੋ ਪ੍ਰਾਈਵੇਟ ਕੰਪਨੀਆਂ ਭੇਜਤੀਆਂ। ਅੱਛਾ, ਵੀ ਜਾਓ ਉੱਥੇ ਦਵਾਈ ਵੇਚ ਆਓ। ਕੀਟਨਾਸ਼ਕ ਜਿਹੜੀਆਂ ਦਵਾਈਆਂ ਵੇਚਦੀਆਂ ਕੰਪਨੀਆਂ, ਉਹਨਾਂ ਨੂੰ ਭੇਜਦਾ, ਉਹ ਆਪਣੀ ਸਪਰੇਅ ਵੇਚਣ ਆ ਗਏ। ਦੱਸੋ, ਕਹਿੰਦੇ ਜੀ ਇਹ ਸਪਰੇਅ ਕਰ ਲਓ ਤੇ ਜਿਹੜੀ ਤੁਹਾਡੀ ਸਫੈਦ ਮੱਖੀ ਹੈ ਇਹ ਮਰੂਗੀ ਤਾਂ ਨਹੀਂ, ਇਹਨਾਂ ਦੇ ਮੂੰਹ ਬੰਦ ਹੋ ਜਾਣਗੇ। ਦੇਖੋ ਕਿੱਡੀ ਤਰਕਹੀਣ ਗੱਲ ਹੈ। ਕਹਿੰਦੇ ਮੱਖੀ ਦੇ ਮੂੰਹ ਬੰਦ ਹੋ ਜਾਣਗੇ, ਇਹ ਫਸਲ ਨੂੰ ਖਾਊਗੀ ਨਹੀਂ। ਅੱਛਾ, ਵੀ ਉਹਨੂੰ ਭੁੱਖੀ ਮਾਰਾਂਗੇ। ਤੇ ਦੇਖੋ ਉਹ ਕਹਿ ਰਹੇ ਵੀ ਅਸੀਂ 7 ਦਿਨ ਹੋ ਗਏ ਸਪਰੇਅ ਕੀਤੀ ਨੂੰ, ਤੇ ਫਸਲ ਉਹਨਾਂ ਨੇ ਜੇ ਮੂੰਹ ਬੰਦ ਹੈ ਤਾਂ ਉਹਦਾ ਉਹ ਖਾਂਦੀਆਂ ਕਿਵੇਂ, ਜਿਉਂਦੀਆਂ ਕਿਵੇਂ ਰਹਿਣਗੀਆਂ। ਇਸ ਕਰਕੇ ਜਿਹੜੀਆਂ ਦਵਾਈਆਂ ਵੇਚਣ ਵਾਸਤੇ ਇਹ ਜੇ ਹੱਥ ਕੰਡੇ ਅਪਣਾਏ ਜਾ ਰਹੇ ਆ, ਜਿਹਦੇ ਨਾਲ ਕਿਸਾਨਾਂ ਦੀ ਹੈ ਜਿਹੜੀ ਲੁੱਟ ਹੋ ਰਹੀ ਹੈ। ਦੱਸੋ। ਤੇ ਮਹਿਕਮਾ ਜਿਹੜਾ ਹਜੇ ਮੂਕ ਦਰਸ਼ਕ ਬਣ ਕੇ ਦੇਖ ਰਿਹਾ, ਜਦੋਂ ਹਾਲਾਤ ਬੇਕਾਬੂ ਹੋ ਗਏ ਉਦੋਂ ਫਿਰ ਇਹ ਕਿਸਾਨਾਂ ਨੂੰ ਮੁਆਵਜ਼ੇ ਦੀ ਗੱਲ ਕਰਨਗੇ ਤੇ ਮਿਲਣਾ ਕਿਸਾਨਾਂ ਨੂੰ ਕੁਝ ਨਹੀਂ ਹੈ। ਇਸ ਕਰਕੇ ਸਫੈਦ ਮੱਖੀ ਦਾ ਜਿਹੜਾ ਹਮਲਾ ਹੈਗਾ ਉਹ ਵੱਡੀ ਪੱਧਰ ਤੇ ਲਗਭਗ 1 ਦਰਜਨ ਦੇ ਕਰੀਬ ਪਿੰਡਾਂ 'ਚ ਹੈਗਾ ਜੀ। ਤੇ ਬਾਕੀ ਸ਼ਰਾਬ ਦਾ ਬੜਾ ਰੌਲਾ ਪੰਜਾਬ 'ਚ ਹਰ ਪਾਸੇ ਪਿਆ ਹੋਇਆ, ਤੁਹਾਡੇ ਕੀ ਸਥਿਤੀ ਹੈ ਜੀ? ਜੇਕਰ ਸ਼ਰਾਬ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਅੱਜ 2000 ਦੇ ਕਰੀਬ ਲੀਟਰ ਹੈ ਜਿਹੜੀ ਲਾਹਣ ਜਿਹਨੂੰ ਕਹਿੰਦੇ ਆ ਦੇਸੀ ਸ਼ਰਾਬ, ਉਹ ਪੁਲਿਸ ਨੇ ਫੜੀ ਹੈ। 27 ਮੁਕੱਦਮੇ ਦਰਜ ਕੀਤੇ ਹੈ ਜੀ, ਜਿਹਦੇ ਚ 2 ਗੱਡੀਆਂ ਤੇ 2 ਮੋਟਰਸਾਈਕਲ ਵੀ ਬੰਦ ਕੀਤੇ। ਹੁਣ ਦੇਖੋ ਵੀ ਜਦੋਂ ਸ਼ਰਾਬ ਦਾ ਘਟਨਾ ਵਾਪਰ ਗਈ ਅੰਮ੍ਰਿਤਸਰ ਤੇ ਤਰਨਤਾਰਨ ਚ, ਹੁਣ ਇਹਨਾਂ ਨੂੰ ਸਾਰੇ ਪੰਜਾਬ ਦੇ ਵਿੱਚ ਛਾਪੇਮਾਰੀ ਕਰਕੇ
ਬਰਾਮਦਗੀ ਦਿਖਾ ਰਹੇ ਆ। ਜੇਕਰ ਇਹ ਜੀ ਛਾਪੇਮਾਰੀ ਪਹਿਲੀ ਕੀਤੀ ਹੁੰਦੀ ਜਾਂ ਪਹਿਲੀ ਅਲਰਟ ਹੁੰਦੇ ਤਾਂ ਇਹ ਘਟਨਾ ਨਾ ਵਾਪਰਦੀਆਂ। ਸਿਰਫ ਡਰਾਮੇ ਕੀਤੇ ਜਾ ਰਹੇ ਆ ਲੋਕਾਂ ਦੀਆਂ ਅੱਖਾਂ ਪੂੰਝਣ ਵਾਸਤੇ। ਦੱਸੋ ਤੇ ਕਰੋਨਾ ਦੀ ਸਥਿਤੀ ਕੀ ਬੋਲਦੀ ਹੈ ਜੀ? ਕੋਰੋਨਾ ਦੀ ਸਥਿਤੀ ਹੈ ਜਿਹੜੀ ਗੰਭੀਰ ਹੈ ਜੀ। ਮਾਨਸਾ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੀ ਬਰੇਟਾ ਥਾਣੇ ਦਾ ਇੱਕ SHO ਤੇ 9 ਸਮੇਤ 9 ਪੁਲਿਸ ਕਰਮਚਾਰੀ ਕੋਰੋਨਾ ਪੋਜ਼ਿਟਿਵ ਪਾਏ ਗਏ ਆ ਤੇ 164 ਗਿਣਤੀ ਪਹੁੰਚ ਚੁੱਕੀ ਹੈ, 164 ਦੇ ਕਰੀਬ। ਤੇ ਲਗਾਤਾਰ 2 ਦਰਜਨ 3 ਦਰਜਨ ਰੋਜ਼ ਪੋਜ਼ਿਟਿਵ ਦੀ ਗਿਣਤੀ ਆ ਰਹੀ ਹੈ। ਸਥਿਤੀ ਕਿਤੇ ਨਾ ਕਿਤੇ ਬੇਕਾਬੂ ਹੋਣ ਦੀ ਸੰਭਾਵਨਾ ਹੈ ਜੀ। ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਤੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਜੀ ਰਿਜ਼ਲਟ ਆਇਆ, ਪੰਜਾਬ ਦੀਆਂ 2 ਬੇਟੀਆਂ ਨੇ ਇਹਦੇ ਵਿੱਚ ਚੰਗਾ ਮਾਰਕਾ ਮਾਰਿਆ ਤੇ ਬਰਨਾਲਾ ਜ਼ਿਲ੍ਹੇ ਦੇ ਬੇਟੀ ਹੈ ਜੀ ਮਨਿੰਦਰ ਕੌਰ ਗਿੱਲ, ਜਿਨੇ ਅੱਜ ਜੋ ਸਿਵਲ ਸਰਵਿਸਿਜ਼ ਦੀ ਇੰਡੀਅਨ ਸਿਵਲ ਸਰਵਿਸਿਜ਼ ਦਾ ਰਿਜ਼ਲਟ ਆਇਆ ਉਹਦੇ ਵਿੱਚੋਂ 246ਵਾਂ ਰੈਂਕ ਪ੍ਰਾਪਤ ਕੀਤਾ। ਤੇ ਇਸੇ ਤਰ੍ਹਾਂ ਹੀ ਬਾਲਾਂ ਵਾਲੀ ਪਿੰਡ ਦੇ ਤੋਂ ਵੀ ਇੱਥੋਂ ਖਬਰ ਆ ਰਹੀ ਜਿੱਥੇ ਜਿਹਦਾ ਅਪਡੇਟ ਤੁਹਾਨੂੰ ਮੈਂ ਦਿਆਂਗਾ, ਉੱਥੋਂ ਵੀ ਇੱਕ ਲੜਕੀ ਨੇ ਜਿਹੜਾ ਜੀ ਬਾਜੀ ਮਾਰੀ ਹੈ। ਤੇ ਹੁਣ ਆਪਾਂ ਫਿਰੋਜ਼ਪੁਰ ਵੱਲ ਰੁਖ ਕਰਦੇ ਹਾਂ। ਮੇਰੇ ਨਾਲ ਗੁਰਦਰਸ਼ਨ ਜੀ ਜੁੜ ਗਏ ਨੇ। ਗੁਰਦਰਸ਼ਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਦਰਸ਼ਨ ਜੀ, ਕਿਸਾਨਾਂ ਵੱਲੋਂ ਕਹਿੰਦੇ 15 ਅਗਸਤ ਨੂੰ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਗੱਲ ਕੀਤੀ ਜਾ ਰਹੀ ਹੈ ਜੀ। ਹਾਂ ਬਿਲਕੁਲ, ਧੰਨਵਾਦ ਸਾਹਿਬ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈਗੀ ਹੈ, ਜਿਹਦੇ ਪੰਜਾਬ ਦੇ ਪ੍ਰਧਾਨ ਨੇ, ਕੌਮੀ ਪ੍ਰਧਾਨ ਉਹਦੇ ਹੈਗੇ ਸਤਨਾਮ ਸਿੰਘ ਪੰਨੂ ਜੀ, ਉਹਨਾਂ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਹੈ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ। ਇੱਕ ਮੰਡੀ ਜਿਹੜੀ ਹੈਗੀ ਆ, ਇਹ ਵਾਲਾ ਕਾਨੂੰਨ ਜਿਹੜਾ ਉਹਦੇ ਨਾਲ ਜਿਹੜਾ ਹੈਗਾ ਕਿਸਾਨੀ ਬਿਲਕੁਲ ਮਰ ਜੂਗੀ, ਜ਼ਮੀਨਾਂ ਦੇ ਭਾਅ ਥੱਲੇ ਡਿੱਗ ਜਾਣਗੇ ਤੇ ਜਿਹੜੇ ਰਜਵਾੜੇ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਰੇਟ ਲਾਉਣਗੇ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਹੈਗਾ ਇਹਨਾਂ ਨੇ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੋਗਾ, ਫਾਜ਼ਿਲਕਾ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਉਹ ਪਹਿਲਾਂ ਤਾਂ ਜਿਹੜੀਆਂ ਵਿਸ਼ਾਲ ਕਨਵੈਨਸ਼ਨਾਂ ਕਰਨੀਆਂ, ਫਿਰ 15 ਅਗਸਤ ਨੂੰ ਜਿਹੜਾ ਹੈਗਾ ਉਹ ਕਿਸਾਨਾਂ ਲਈ ਕਾਲਾ ਦਿਵਸ ਜਿਹੜਾ ਉਹ ਮਨਾਉਣਾ ਹੈ। ਤਾਂ 31 ਅਗਸਤ ਤੱਕ ਜਿਹੜੀਆਂ ਇਹਨਾਂ ਨੇ ਪਿੰਡ ਜਿਹੜੀਆਂ ਗ੍ਰਾਮ ਸਭਾਵਾਂ ਕਰਕੇ ਕਿਸਾਨਾਂ ਨੂੰ ਲਾਮਬੱਧ ਕਰਨਾ ਹੈ ਕਿ ਸਰਕਾਰ ਜਿਹੜੀ ਆ ਉਹ ਕਿਸਾਨੀ ਨੂੰ ਥੱਲੇ ਲਾਉਣ ਜਾ ਰਹੀ ਆ। ਕਿਉਂਕਿ ਜਿੱਥੇ ਕਿਸਾਨ ਜਿਹੜਾ ਉਹ ਪਿਛਲੇ ਲੰਬੇ ਸਮੇਂ ਤੋਂ, ਜਿਵੇਂ ਬਠਿੰਡਾ, ਮਾਨਸਾ ਦੇ ਵਿੱਚ ਵੀ ਜ਼ਿਆਦਾ ਕੇਸ ਆਏ ਸੀ ਕਿ ਕਿਸਾਨਾਂ ਨੇ ਕਰਜ਼ੇ ਦੇ ਹੇਠ ਜਿਹੜਾ ਆ ਕੇ ਤੇ ਆਪਣਾ ਸੁਸਾਈਡ ਜਿਹੜੇ ਕੀਤੇ ਸੀ। ਕਿਸਾਨੀ ਦੱਬੀ ਹੋਈ ਆ, ਖਰਚਿਆਂ ਦੇ ਥੱਲੇ ਦੱਬੀ ਹੋਈ ਆ, ਪਰ ਸਰਕਾਰਾਂ ਇਸ ਪਾਸੇ ਧਿਆਨ ਦੇਣ ਦੀ ਬਜਾਏ ਕਿਸਾਨ ਮਾਰੂ ਜਿਹੜੇ ਹੈਗੇ ਆ ਕਾਨੂੰਨ ਉਹ ਲਿਆਉਣ ਜਾ ਰਹੀਆਂ, ਜਿਸ ਕਰਕੇ ਜਥੇਬੰਦੀਆਂ ਰਲ ਕੇ ਜਿੱਥੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਜਾ ਰਹੀਆਂ, ਉੱਥੇ ਇਹ ਕਿਸਾਨਾਂ ਨੂੰ ਪਿੰਡ ਜਾ ਕੇ ਜਿਹੜਾ ਲਾਮਬੰਦ ਕਰਕੇ ਸਵਾਮੀਨਾਥਨ ਜਿਹੜੀ ਕਮਿਸ਼ਨ ਹੈ ਉਹਦੀ ਰਿਪੋਰਟ ਦੀ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ, ਜਿਹੜੀ ਉਹ ਰਿਪੋਰਟ ਸਵਾਮੀਨਾਥਨ ਦੀ ਸੀ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਇਹ ਤੇ ਜਿਹੜਾ ਹੈਗਾ ਜੀ ਸਾਡੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਹਨਾਂ ਨੇ ਜਿਹੜਾ ਹੈਗਾ ਅੱਜ ਪ੍ਰੈਸ ਨੋਟ ਰਿਲੀਜ਼ ਕੀਤਾ ਜਿਹਦੇ ਵਿੱਚ ਜਿਹੜਾ 15 ਅਗਸਤ ਨੂੰ ਜਿਹੜਾ ਇਹ ਕਿਹਾ ਉਸ ਤੋਂ ਪਹਿਲਾਂ। ਬਿਲਕੁਲ। ਅੱਛਾ, ਮੈਂ ਤੁਹਾਡੇ ਤੋਂ ਕੋਈ ਸਵਾਲ ਕਰਨਾ ਚਾਹੁੰਦਾ। ਹੁਣ ਦੇਖੋ ਆਹ ਜਿਹੜਾ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਵਿਚਾਰਿਆਂ ਦੇ ਜਿਹੜੇ ਮਰੇ ਨੇ, ਉਸ ਤੋਂ ਬਾਅਦ ਤਾਂ ਜੇਕਰ ਕਿਹੜਾ ਜ਼ਿਲ੍ਹਾ ਨਹੀਂ ਜਿੱਥੇ ਚੱਲਦੀਆਂ ਭੱਠੀਆਂ ਤੇ ਲਾਹਨ ਨਹੀਂ ਫੜੀ ਜਾ ਰਹੀ, ਇਹਦਾ ਮਤਲਬ ਵੀ ਉਹਨਾਂ ਨੂੰ ਸਾਰਾ ਪਤਾ ਸੀ ਵੀ ਉੱਥੇ ਜਾ ਕੇ ਸਿੱਧਾ ਡੁੱਕ ਲਓ। ਬਿਲਕੁਲ ਧੰਨਵਾਦ ਸਾਹਿਬ, ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਸਤਲੁਜ ਦਰਿਆ ਦੇ ਨਾਲ ਚਾਹੇ ਉਹ ਜਿੱਥੋਂ ਤੱਕ ਵੀ ਸਤਲੁਜ ਸ਼ੁਰੂ ਹੁੰਦਾ ਉਹਦੇ ਨਾਲ ਸ਼ਰਾਬ ਵਿਕਦੀ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੀ ਉਹ ਚੱਲਦੀ ਹੈ। ਜੇ ਫਿਰੋਜ਼ਪੁਰ ਦੀ ਗੱਲ ਕਰੀਏ, ਫਾਜ਼ਿਲਕਾ ਦੀ ਗੱਲ ਕਰੀਏ, ਇੱਥੇ ਸਤਲੁਜ ਦੇ ਵਿੱਚ ਜਿਹੜੀਆਂ ਤੁਸੀਂ ਦੇਖਿਆ ਹੀ ਆ, ਪਿਛਲੇ ਦਿਨੀ ਫਾਜ਼ਿਲਕਾ ਤੋਂ ਵੀ ਖਬਰਾਂ ਆਈਆਂ ਦਰਿਆ ਦੇ ਵਿੱਚੋਂ ਜਾ ਕੇ ਜਿਹੜੀ ਉਹ ਸ਼ਰਾਬ ਉਹਨਾਂ ਨੇ ਕੱਢੀ, ਉਹ ਵੱਖਰੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਥੱਲੇ ਜਿਹੜੀ ਪਾਇਆ ਦਿੰਦੇ ਆ, ਪਾਣੀ ਵੀ ਨਹੀਂ ਪੈਂਦਾ ਨਾ, ਸ਼ਰਾਬ ਨਿਕਲਦੀ। ਫਿਰੋਜ਼ਪੁਰ ਤੋਂ ਮਹਿਜ ਜਿੱਥੇ ਦੇਵ ਸਮਾਜ ਕਾਲਜ ਆ, ਇਹਦੇ ਪਰਲੇ ਪਾਸੇ ਮਹਿਜ 2 ਕਿਲੋਮੀਟਰ ਤੇ ਪਿੰਡ ਆ ਜੀ। ਉੱਥੇ ਮੈਂ ਅੱਗੇ ਵੀ ਸ਼ਾਇਦ ਤੁਹਾਡੇ ਨਾਲ ਜ਼ਿਕਰ ਕੀਤਾ, ਜੇ ਸਰੋਤੇ ਆਪਣੇ ਸੁਣਦੇ ਹੋਣਗੇ ਉਹਨਾਂ ਕਹਿਣਾ ਰਿਪੀਟ ਕਰਤਾ, ਛੋਟੇ ਬੱਚੇ, ਅਸੀਂ ਸਟਿੰਗ ਇੱਕ ਵਾਰ ਕਰਨ ਗਏ ਸੀਗੇ, ਅਸੀਂ ਦੇਖ ਕੇ ਹੈਰਾਨ ਲੱਗੇ, 5-5, 6-6 ਸਾਲ ਦੇ ਬੱਚੇ ਜਿਹੜੇ ਉਹਦੇ ਘਰਾਂ ਦੇ ਬਾਹਰ ਬੈਠੇ ਆ, ਕੈਨੀਆਂ ਲੈ ਕੇ, ਨਾਲ ਉਹਨਾਂ ਨੇ ਜਿਹੜਾ ਚਿੱਟਾ ਲੂਣ ਹੁੰਦਾ ਉਹ ਰੱਖਿਆ ਹੋਇਆ, ਤੇ ਤੁਰੇ ਜਾਓ ਤੇ ਆਪਦਾ ਉਹ ਲਾ ਕੇ ਇੱਕ ਅੱਧਾ ਤੇ ਅੱਗੇ ਪਾਸੇ ਉਹ ਇਹੀ ਸ਼ਰਾਬਾਂ ਨੇ ਜੀ। ਕਿਉਂਕਿ ਇਹ ਗੁੜ ਤਾਂ ਬਹੁਤ ਮਹਿੰਗਾ ਹੈ, ਗੁੜ ਦੇ ਵਿੱਚੋਂ ਜੇ ਕੱਢਦੇ ਹੋਣਗੇ ਤਾਂ ਬਹੁਤ ਮਹਿੰਗੀ ਪੈਂਦੀ ਹੈ। ਕਿਤੇ ਨਾ ਕਿਤੇ ਇਹ ਘਟੀਆ ਤਰੀਕੇ ਦੇ ਨਾਲ ਟੀਕੇ ਜਾਂ ਹੋਰ ਘਟੀਆ ਕੈਮੀਕਲ ਪਾ ਕੇ ਤਿਆਰ ਕਰਦੇ ਨੇ, ਜਿਹਦੇ ਕਰਕੇ ਵੱਡਾ ਨੁਕਸਾਨ ਹੋਇਆ। ਨੁਕਸਾਨ ਫਿਰੋਜ਼ਪੁਰ ਵੀ ਹੋ ਸਕਦਾ ਜੀ, ਚਾਹੇ ਪੁਲਿਸ ਨੇ ਬੜੀ ਵੱਡੀ ਪਿਛਲੇ ਜੇ ਵੀ ਰੇਡ ਕੀਤੀ ਆ, ਹੁਣ ਵੀ ਕਰ ਰਹੀ ਹੈ ਪੁਲਿਸ ਰੇਡ, ਪਰ ਫਿਰ ਵੀ ਜਿਹੜੇ ਜਗ੍ਹਾ ਨੇ, ਕਿਉਂਕਿ ਰਾਏ ਸਿੱਖ ਬਰਾਦਰੀ ਬੈਠੀ ਹੈ, ਛੋਟੀ ਮੋਟੀ ਪੁਲਿਸ ਪਾਰਟੀ ਨੂੰ ਤਾਂ ਅੰਦਰ ਵੜਨ ਹੀ ਨਹੀਂ ਦਿੰਦੇ ਜੀ। ਕਈ ਵਾਰ ਪੁਲਿਸ ਜਿਹੜੀ ਉਹ ਕੁੱਟੀ ਵੀ ਗਈ ਹੈ। ਤਾਂ ਹੁਣ ਜੇ ਪੁਲਿਸ ਚਲੋ ਵਧੀਆ ਤਰੀਕੇ ਨਾਲ ਜੇ ਲੱਗੀ ਆ,
ਉਹਨਾਂ ਲੋਕਾਂ ਨੇ ਆਪਦਾ ਧੰਦਾ ਬਣਾਇਆ। ਹੁਣ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਨਾ ਜੀ, ਉਹਨਾਂ ਨੇ ਆਪਦਾ ਜਿਵੇਂ ਦੌਲੇ ਵਾਲਾ ਪਿੰਡ ਉਹਨਾਂ ਲੋਕਾਂ ਨੇ ਆਪਦਾ ਇੱਕ ਧੰਦਾ ਹੀ ਬਣਾਤਾ ਸੀ, ਕੰਮ ਹੀ ਇਹ ਕਰਨਾ। ਤਾਂ ਦੇ ਨਾਲ ਵਸਦੇ ਕਈ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਦਾ ਇਹ ਧੰਦਾ ਹੀ ਬਣਾਤਾ, ਉਹਨਾਂ ਕੋਲ ਹੋਰ ਕਾਰੋਬਾਰ ਨਹੀਂ ਹੈ ਜੀ। ਤਾਂ ਜਿਵੇਂ ਲੋਕਡਾਊਨ ਰਿਹਾ, ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਪੈਲਸਾਂ ਦੇ ਵਿੱਚ ਜਿਹੜੇ, ਮੈਂ ਚਲੋ ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਬਹੁਤ ਇਮਾਨਦਾਰ ਲੋਕ, ਗਰੀਬ ਲੋਕ ਇਮਾਨਦਾਰ ਵੀ ਬਹੁਤ ਜ਼ਿਆਦੇ ਹੈ। ਹੁਣ ਪੈਲਸਾਂ ਦੇ ਵਿੱਚ ਵੇਟਰ ਜਿਹੜੇ ਕੰਮ ਕਰਦੇ ਸੀਗੇ, ਜੇ ਉਹਨਾਂ ਦੀ ਮਾਨਸਿਕਤਾ ਬਦਲ ਜਾਵੇ, ਤੁਸੀਂ ਦੇਖੋ ਲੱਖਾਂ ਨੌਜਵਾਨ ਜਿਹੜਾ ਉਹ ਪੈਲਸਾਂ 'ਚ ਵੇਟਰ ਦਾ ਕੰਮ ਕਰਦਾ ਸੀ ਤੇ ਪੈਲਸਾਂ ਨੇ ਉਹਨਾਂ ਨੂੰ ਲੱਖਾਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਸੀ। ਬਿਲਕੁਲ ਹੁਣ ਜੇ ਲੋਕਡਾਊਨ ਇੰਜ ਰਿਹਾ, ਪੈਲਸ ਜਾਂ ਹੋਟਲ ਜਾਂ ਛੋਟੇ ਜਿਹੜੇ ਉਹ ਨਾ ਚੱਲਣਗੇ ਤਾਂ ਉਹਨਾਂ ਦੇ ਘਰੇ ਜਿਹੜਾ ਉਹ ਪੈਸਾ ਜਾਂ ਡੇਲੀ ਦੀ ਰੋਟੀ ਆ ਰਹੀ ਸੀ ਉਹ ਕਿੱਥੋਂ ਆਊਗੀ? ਫਿਰ ਇਹ ਲੋਕ ਕਿਤੇ ਨਾ ਕਿਤੇ ਜਿਹੜੇ ਆ ਉਹ ਮਜਬੂਰ ਹੋ ਕੇ ਚੋਰੀਆਂ ਚਕਾਰੀਆਂ ਜਾਂ ਇਹੋ ਜਿਹੇ ਨਸ਼ੇ ਦੇ ਧੰਦਿਆਂ 'ਚ ਵੜਦੇ ਦਾਨੇ ਵਾਲੇ ਸਾਹਿਬ। ਬਿਲਕੁਲ, ਤੁਸੀਂ ਬੜੀ ਵੱਡੀ ਗੱਲ ਕਹਿਤੀ ਜੀ। ਤੇ ਕਰੋਨਾ ਦੀ ਸਥਿਤੀ ਕੀ ਹੈ ਜੀ? ਕਰੋਨਾ ਵੀ ਵੱਧ ਰਿਹਾ ਜੀ। ਫਿਲਹਾਲ ਅੱਜ 20 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। 257 ਜਿਹੜੇ ਫਿਲਹਾਲ ਜਿਹੜੇ ਐਕਟਿਵ ਕੇਸ ਫਿਰੋਜ਼ਪੁਰ ਦੇ ਵਿੱਚ ਹੈਗੇ। 7 ਮੌਤਾਂ ਹੁਣ ਤੱਕ ਹੋ ਚੁੱਕੀਆਂ ਜਦੋਂ ਦਾ ਕਰੋਨਾ ਕਾਲ ਜਿਹੜਾ ਸ਼ੁਰੂ ਹੋਇਆ। ਤਾਂ ਵੱਧਦੇ ਆ ਕੇਸ। ਫਿਲਹਾਲ ਲੋਕਡਾਊਨ ਵਾਲੇ ਪਾਸੇ ਨੂੰ ਜਿਹੜਾ ਉਹ ਸਰਕਾਰ ਨੂੰ ਸੋਚਣਾ ਪੈਣਾ ਹੈ। ਚਾਹੇ ਡੀਸੀ ਸਾਹਿਬਾਨਾਂ ਦੀ ਵੀ ਸਲਾਹ ਮੁੱਖ ਮੰਤਰੀ ਸਾਹਿਬ ਲੈਂਦੇ ਆ ਵਾਰ-ਵਾਰ ਜਿੰਮਾਂ ਖੋਲਣ ਨੂੰ ਲੈ ਕੇ ਜਾਂ ਹੋਰ ਜਿਹੜੇ ਕੰਮਾਂ ਨੂੰ ਲੈ ਕੇ, ਪਰ ਕਿਤੇ ਨਾ ਕਿਤੇ ਭੀੜ, ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਦੁਕਾਨਾਂ ਦੇ ਉੱਪਰ ਭੀੜ ਜਿਹੜੀ ਆ ਮੋਬਾਈਲਾਂ ਵਾਲੀਆਂ ਹੋ ਗਈਆਂ, ਹਲਵਾਈਆਂ ਦੀਆਂ ਹੋ ਗਈਆਂ, ਈਵਨ ਕਿ ਰੇਹੜੀਆਂ ਜਿਹੜੀਆਂ ਖਾਸ ਜਿਵੇਂ ਕੋਈ ਮੱਛੀ ਵਾਲਾ ਹੈ ਜੀ ਜਾਂ ਕੋਈ ਚਿਕਨ ਵਾਲਾ ਚੰਗਾ ਹੈ, ਸ਼ਾਮ ਨੂੰ ਉੱਥੇ ਪੂਰੀ ਭੀੜ ਲੱਗੀ ਹੁੰਦੀ ਹੈ। ਉੱਥੇ ਕੋਈ ਉਹ ਪ੍ਰੋਟੋਕਾਲ ਨਹੀਂ ਜਿਹੜੇ ਪਹਿਲਾਂ ਗੋਲ ਚੱਕਰ ਲਾਏ ਸੀ ਵੀ ਡਿਸਟੈਂਸ ਰੱਖ ਕੇ ਖੜਨਾ ਹੈ ਵੀ ਤੁਸੀਂ, ਤੁਹਾਡੀ ਵਾਰੀ ਆਊਗੀ, ਨਾ ਜੀ ਨਾ। ਹੁਣ ਤਾਂ ਉਦਾਂ ਹੀ ਲੋਕ ਜਿਹੜੇ ਆ ਉਹ ਪੂਰਾ ਜਿਵੇਂ ਗਰੁੱਪ ਨਾਲ ਇੱਕ ਦੂਜੇ ਦੇ ਉੱਤੇ ਹੀ ਚੜੇ ਹੁੰਦੇ, ਦੁਕਾਨਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ। ਬਿਲਕੁਲ, ਤਾਂ ਕੇਸ ਵੱਧ ਰਿਹਾ ਜੀ ਫਿਰੋਜ਼ਪੁਰ ਦੇ ਵਿੱਚ ਵੀ। ਧੰਨਵਾਦ ਜੀ ਤੁਹਾਡਾ। ਤੇ ਸਾਡੇ ਨਾਲ ਹੁਣ ਬਠਿੰਡਾ ਤੋਂ ਅਮਨਦੀਪ ਗੋਸਲ ਜੁੜ ਗਏ ਨੇ। ਗੋਸਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਰ। ਗੋਸਲ ਸਾਹਿਬ, ਜ਼ਿਲ੍ਹਾ ਪਰਿਸ਼ਦ ਦੀ ਚੋਣ ਕੀ ਬੋਲਦੀ ਆ? ਪਹਿਲਾਂ ਵੀ ਚੋਣ ਹੋਈ ਸੀ, ਉਦੋਂ ਹਾਈ ਕੋਰਟ ਚਲੇ ਗਏ ਸੀਗੇ, ਹੁਣ ਕਿਹਨੇ ਬਾਜੀ ਮਾਰੀ ਹੈ ਜੀ? ਦਾਨਿਆਲ ਸਾਹਿਬ ਦੇਖੋ, ਪਹਿਲਾਂ ਚੋਣ ਹੋਈ ਸੀਗੀ ਜਿਸ ਨੂੰ ਚੈਲੰਜ ਕੀਤਾ ਗਿਆ ਸੀ ਸੁਖਪਾਲ ਕੌਰ ਬੁਲਾਡੇ ਵਾਲਿਆਂ ਨੇ। ਇਹ ਵੀ ਕਾਂਗਰਸ ਨਾਲ ਸੰਬੰਧਿਤ ਨੇ ਤੇ ਜਿਹੜੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਨੂੰ ਲੈ ਕੇ ਤੇ ਉਪ ਚੇਅਰਮੈਨ ਨੂੰ ਲੈ ਕੇ ਕਾਫੀ ਜਿਹੜੀ ਜੱਦੋਜਹਿਦ ਚੱਲ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਜੀ। ਤੇ ਅੱਜ ਦੁਬਾਰਾ ਇਸ ਦੇ ਵਿੱਚ ਜਿਹੜੀ ਹੈਗੀ ਚੋਣ ਪ੍ਰਕਿਰਿਆ ਹੋਈ ਹੈ ਤੇ ਦੁਬਾਰਾ ਫਿਰ ਜਿਹੜੇ ਹੈਗੇ ਆ ਆਪਣਾ ਮਨਜੀਤ ਕੌਰ ਦੰਦੀਵਾਲ ਜਿਹੜੇ ਹੈਗੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣੇ ਆ ਤੇ ਉਪ ਚੇਅਰਮੈਨ ਗੁਰਕਵਾਲ ਸਿੰਘ ਚੋਣ ਦੁਆਰੇ ਫਿਰ ਜਿੱਤ ਗਏ ਨੇ। ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਪ੍ਰਕਿਰਿਆ ਸੀ, ਪਹਿਲਾਂ ਜਿਸ ਤਰ੍ਹਾਂ ਫੋਰਸ ਸਵੇਰੇ ਲਾਈ ਗਈ ਸੀਗੀ ਉਸ ਹਿਸਾਬ ਨਾਲ ਇਹ ਲੱਗਦਾ ਸੀ ਵੀ ਕੋਈ ਨਾ ਕੋਈ ਖੜਕਾ ਦੜਕਾ ਜ਼ਰੂਰ ਹੋਵੇਗਾ, ਪਰ ਇਹ ਸ਼ਾਂਤਮਈ ਰਿਹਾ ਸਾਰਾ। ਪਰ ਇਹ ਆ ਵੀ 2 ਵਜੇ ਤੱਕ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਦਿਖਾਈ ਗਈ। ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਨੂੰ ਜਿਹੜਾ ਬਾਹਰਲਾ ਸੀ ਜਾਂ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ। ਗੇਟ ਤੇ ਹੀ ਸਿਕਿਉਰਿਟੀ ਗਾਰਡ ਵੱਲੋਂ ਜਿਹੜੇ ਖੜੀ ਸੀਗੀ ਪੁਲਿਸ ਫੋਰਸ ਸਿਕਿਉਰਟ ਕਰ ਰਹੀ ਸੀਗੀ, ਉਹਨਾਂ ਵੱਲੋਂ ਇੱਕੋ ਹੀ ਕਿਹਾ ਸੀ ਵੀ ਤੁਸੀਂ 1 ਵਜੇ ਤੋਂ ਬਾਅਦ ਜਦੋਂ ਮਰਜ਼ੀ, ਜਦੋਂ ਤੱਕ ਇਹ ਇਲੈਕਸ਼ਨ ਪ੍ਰਕਿਰਿਆ ਚੱਲਦੀ ਹੈ ਉਦੋਂ ਬਾਅਦ ਤੁਸੀਂ ਜਦੋਂ ਮਰਜ਼ੀ ਆ ਕੇ ਕਵਰੇਜ ਕਰ ਸਕਦੇ ਹੋ, ਉਦੋਂ ਪਹਿਲਾਂ ਅਸੀਂ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਾ ਜੀ। ਇਹ ਹੈ ਜੀ। ਤੇ ਕਰੋਨਾ ਦੀ ਕੀ ਸਥਿਤੀ ਹੈ ਜੀ? ਕਰੋਨਾ ਜੀ ਦੇਖੋ ਫਿਲਹਾਲ ਜਿਹੜਾ ਹੈਗਾ ਅੱਜ ਜਿਹੜੇ ਪੋਜ਼ਿਟਿਵ ਕੇਸ 16 ਆਏ ਨੇ, ਜਿਨ੍ਹਾਂ ਚੋਂ ਜ਼ਿਆਦਾਤਰ ਬਾਹਰਲੇ ਸੂਬਿਆਂ ਨਾਲ ਸੰਬੰਧਤ ਨੇ। 30 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਵੀ ਗਏ ਨੇ ਜੀ ਤੇ 386 ਦੇ ਕਰੀਬ ਜਿਹੜੀਆਂ ਰਿਪੋਰਟਾਂ ਨੇ ਉਹ ਨੈਗੇਟਿਵ ਆਈਆਂ। ਅਗਰ ਆਪਾਂ ਗੱਲ ਦੇਖੀਏ ਵੀ ਸਮਾਜਿਕ ਦੂਰੀ ਦੀ, ਪਰ ਲੋਕਾਂ ਵੱਲੋਂ ਜਿਹੜਾ ਹੈਗਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਬਠਿੰਡਾ 'ਚ ਜਿਹੜਾ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜੀ ਤੇ ਆਮ ਦੁਕਾਨਾਂ ਦੇ ਉੱਤੇ ਜਿਹੜੇ ਹੈਗੇ ਆ ਜਿਵੇਂ ਮੋਬਾਈਲਸ ਹੋ ਗਈਆਂ, ਸ਼ਹਿਰ ਦੀ ਮੰਡੀ ਹੋ ਗਈ, ਸਬਜ਼ੀ ਮੰਡੀ ਹੋ ਗਈ ਤੇ ਮੱਛੀ ਮਾਰਕੀਟ ਹੋ ਗਈ, ਇੱਥੇ ਤੁਹਾਨੂੰ ਆਮ ਜਿਹੜਾ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡਦੀਆਂ ਆਮ ਦੇਖਣਗੀਆਂ ਜਿਹੜੀ ਗੱਲ ਹੈ। ਫਿਲਹਾਲ ਲੋਕ ਜਿਹੜੇ ਹੈਗੇ ਆ ਇਸ ਚੀਜ਼ ਨੂੰ ਨਹੀਂ ਸਮਝ ਰਹੇ ਵੀ ਅਸੀਂ ਕਿੱਡੀ ਵੱਡੀ ਭਿਆਨਕ ਮਹਾਮਾਰੀ ਦੀ ਮਾਰ ਹੇਠਾਂ ਜੀ ਜੀ। ਸੋ ਬਹੁਤ ਮਿਹਰਬਾਨੀ ਗੋਸਲ ਸਾਹਿਬ, ਸ਼ੁਕਰੀਆ। ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤੀ ਵੱਲ ਲਿਜਾਂਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਤੇ ਫਿਲਹਾਲ ਆਪਾਂ ਕੱਲ ਨੂੰ 5:30 ਵਜੇ ਮਿਲਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਤੇ ਮੈਨੂੰ ਸਵਰਨ ਸਿੰਘ ਦਾਨੇਵਾਲ ਨੂੰ ਦਿਓ ਜੀ ਇਜਾਜ਼ਤ। ਸ਼ੁਕਰੀਆ, ਮਿਹਰਬਾਨੀ।